ਜਿਹੜਾ ਸਰਕਾਰ ਨੇ ਕਿਸੇ ਨੇ ਵੀ ਅੱਜ ਤੱਕ ਜਿੰਨੀਆਂ ਸਰਕਾਰਾਂ ਬਣੀਆਂ ਵੀ ਕਿਸੇ ਨੇ ਕੋਈ ਸਾਡੇ ਇਲਾਕੇ ਦਾ ਕੋਈ ਫਾਇਦਾ ਕਰਿਆ ਨਹੀਂ। ਕਿਉਂਕਿ ਫਾਇਦਾ ਕਰਨ ਨਾਲ ਇਹ ਨਹੀਂ ਕਿ ਕੋਠੀਆਂ ਪੈ ਗਈਆਂ, ਸੈਕਟਰ ਕੱਟ ਲਏ ਜਾਂ ਕਿਸੇ ਨਦੀ ਤੇ ਪੁਲ ਲੱਗ ਗਿਆ, ਇਹਦੇ ਨਾਲ ਨਹੀਂ ਬਣਦਾ। ਕਿੱਲੇ ਵਿਕਣ ਨਾਲ ਕਦੇ ਡਿਵੈਲਪਮੈਂਟ ਨਹੀਂ ਹੁੰਦੀ। ਪੈਸਾ ਆਉਣ ਨਾਲ ਡਿਵੈਲਪਮੈਂਟ ਤਾਂ ਹੁੰਦੀ ਹੈ ਜੇ ਅਸੀਂ ਅੱਗੇ ਵਧੀਏ। ਜਦੋਂ ਦਾ ਸਾਡੇ ਵੀਰ ਉੱਥੇ ਸ਼ਾਂਤਮਈ ਬੈਠੇ ਨੇ ਉਸ ਟਾਈਮ ਉਹਨਾਂ ਦੇ ਉੱਪਰ ਲਾਠੀ ਚਾਰਜ ਹੋ ਰਿਹਾ ਹੈਗਾ। ਇਹ ਬੰਦੇ ਉੱਥੇ ਬੈਰੀਕੇਡ ਤੋੜ ਰਹੇ ਆ, ਉਹਨਾਂ ਦੇ ਉੱਪਰ ਨਾ ਤਾਂ ਕੋਈ ਲਾਠੀ ਚਾਰਜ ਹੋ ਰਿਹਾ, ਨਾ ਕੋਈ ਉਹਨਾਂ ਦੇ ਉੱਪਰ ਪਾਣੀ ਗੇਰ ਰਿਹਾ। ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਸਾਡੇ ਵਾਸਤੇ ਕੋਈ ਚੰਗੀ ਨਹੀਂ। ਤੇ ਸਾਡਾ ਟੈਕਸ ਖਤਮ ਕਰ ਦੇਣ, ਅਸੀਂ ਗਲੀਆਂ ਨਾਲੀਆਂ ਸਾਡੇ ਆਪਣੇ ਆਪ ਬਣ ਜਾਣਗੀਆਂ। ਜਦੋਂ ਸਾਡੇ 'ਚ ਅਮੀਰਤਾ ਆ ਗਈ, ਅਸੀਂ ਪਿੰਡਾਂ 'ਚ ਆਪਣੇ ਸਾਡੀਆਂ ਮੈਜੋਰਟੀਆਂ ਬਣ ਗਈਆਂ, ਅਸੀਂ ਸਾਡੇ ਪੰਚਾਇਤਾਂ ਪਿੰਡਾਂ 'ਚ ਪੈਸੇ ਇਕੱਠੇ ਕਰਨ ਬਣਾ ਲੈਣ। ਬਿਜਲੀ ਕਿੰਨੀ ਮਹਿੰਗੀ ਹੋ ਗਈ, ਫਿਰ ਤੁਸੀਂ ਪੈਟਰੋਲ ਕਿੰਨਾ ਮਹਿੰਗਾ ਹੋ ਗਿਆ। ਮੇਨ ਜਿਹੜੀ ਅੱਜ ਪੈਟਰੋਲ ਨੂੰ ਵੀ ਤੁਸੀਂ ਛੱਡੋ, ਪੈਟਰੋਲ ਵੀ ਚਲੋ ਗੱਡੀ ਅਗਲਾ ਜਾਂ ਮੋਟਰਸਾਈਕਲ ਨਹੀਂ ਲੈਂਦਾ, ਪਰ ਅਗਲੇ ਕੋਲ ਗੈਸ ਹੈ। ਲੱਕੜੀ ਕਿਤੇ ਬਾਹਰ ਰਹੀ ਨਹੀਂ ਵੀ ਅਗਲਾ, ਅੱਗੇ ਤਾਂ ਹੁੰਦੇ ਸੀ ਵੀ ਲੱਕੜੀ ਤੋੜ ਕੇ ਲੈ ਜਾਂ ਕਿਤੇ ਗੋਹੇ ਦੇ ਪਾਥੀਆਂ ਪੱਥ ਲੀਆਂ, ਪਰ ਅੱਜ ਤਾਂ ਉਹ ਸਿਸਟਮ ਨਹੀਂ ਰਿਹਾ। ਇੱਕ ਗਰੀਬ ਆਦਮੀ ਕੋਲ ਤੁਸੀਂ ਹਿਸਾਬ ਲਾਓ ਵੀ 9000 ਰੁਪਏ ਮਹੀਨੇ ਦਾ ਕਮਾਉਂਦਾ, ਜਿਹਦੇ 3000 ਰੁਪਏ ਉਹਦਾ ਕਿਰਾਇਆ ਜਾਂਦਾ, ਫਿਰ 900 ਰੁਪਏ ਦੇ ਇੱਕ ਸਿਲੰਡਰ 1000 ਰੁਪਏ ਰਹਿ ਗਿਆ, ਉਹ ਬੱਚੇ ਨੂੰ ਕਿੱਥੋਂ ਪ੍ਰਫੁੱਲਤ ਕਰੂਗਾ। ਲੋਕ ਮਤਲਬ ਉਹਨਾਂ ਦੇ ਪਿੱਛੇ ਫਿਰਦੇ ਸੀ, ਕਦੇ ਕਿਸੇ ਨੇ ਸਵਾਲ ਨਹੀਂ ਕੀਤਾ। ਸਵਾਲ ਨਹੀਂ ਕੀਤਾ ਜੀ, ਮਤਲਬ ਆਪਣਾ ਦੁੱਧ ਦੇ ਕੇ ਉਹਨਾਂ ਤੋਂ ਲੱਸੀ ਵੀ ਨਹੀਂ ਲੈ ਸਕੇ। ਲਾਂਡਰਾਂ ਵਾਲਾ ਸਕੂਲ ਬੋਰਡ ਸੈਂਟਰ ਹੁੰਦਾ ਹੈਗਾ, ਤੇ ਇਹ ਬੋਰਡ ਸੈਂਟਰ ਤੇ ਵੀ ਹੁੰਦਾ ਹੈਗਾ, ਤੇ ਇਸ ਸਕੂਲ ਦਾ ਜਿਹੜਾ ਅਪਡੇਟ ਹੈ ਉਹ ਇਸ ਕਰਕੇ ਨਹੀਂ ਹੋ ਪਾਇਆ ਕਿਉਂਕਿ ਜਿਹੜੇ ਸਾਡੇ ਪਿੰਡ ਤੋਂ ਰਾਜਨੀਤਿਕ ਦੇ ਵਿੱਚ ਲੋਕ ਨਿਕਲੇ ਨੇ ਉਹਨਾਂ ਨੇ ਕਦੇ ਮੁੜ ਕੇ ਪਿੰਡ ਵੱਲ ਵੇਖਿਆ ਹੀ ਨਹੀਂ। ਲੋਕੀ ਕਹਿੰਦੇ ਆ ਅਕਾਲੀ ਮਾੜੇ ਆ, ਕਾਂਗਰਸੀ ਮਾੜੇ ਆ, ਆਪ ਮਾੜੀ ਆ, ਬੀਜੇਪੀ ਮਾੜੀ ਆ। ਮੈਂ ਇਹ ਗੱਲ ਕਹਿੰਦੀ ਮਾੜੇ ਅਸੀਂ ਕਿ ਤੁਹਾਡੀ ਜ਼ਮੀਰ ਐਡੀ ਘਟੀਆ ਹੋ ਗਈ, ਇੰਨੀ ਥੱਲੇ ਡਿੱਗ ਗਈ ਕਿ ਤੁਸੀਂ ਇੱਕ 50 ਰੁਪਈਆਂ ਦੀ ਕੋਲਡ ਡਰਿੰਕ ਦੀ ਬੋਤਲ ਤੇ ਵਿਕ ਜਾਂਦੇ। ਇੱਕ ਪਕੌੜਿਆਂ ਪਿੱਛੇ ਪਕੌੜੇ ਕਿੰਨੇ ਕੁ ਦੇ ਬਣ ਜਾਂਦੇ। ਇਸ ਨਗਰੀ ਦੀ ਅਜਬ ਕਹਾਣੀ ਡੁੱਬਦਿਆਂ ਦੇ ਮੂੰਹ ਪਾਉਂਦੀ ਪਾਣੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ। ਪ੍ਰਿੰਸ ਭਾਰਦਵਾਜ ਹਾਜ਼ਰ ਲੈ ਕੇ ਪ੍ਰੋਗਰਾਮ ਵਿਜ਼ਨ ਪੰਚਾਇਤ। ਪਿਆਰੇ ਦਰਸ਼ਕੋ, ਜਦੋਂ ਵੀ ਅਸੀਂ ਵਿਜ਼ਨ ਪੰਚਾਇਤ ਦੀ ਗੱਲ ਕਰਦੇ ਹਾਂ ਤਾਂ ਹਰ ਵਾਰ ਇਹ ਮਸਲਾ ਜ਼ਰੂਰੀ ਨਹੀਂ ਹੁੰਦਾ ਕਿ ਸਿੱਧੇ ਤੌਰ ਦੇ ਉੱਤੇ ਕਿਸੇ ਪੰਚ, ਸਰਪੰਚ, ਪੰਚਾਇਤ ਨਾਲ ਜੁੜਿਆ ਜਾਵੇ। ਪੰਚਾਂ ਦੇ ਵਿੱਚ ਪਰਮੇਸ਼ਰ, ਇਹ ਸਾਡਾ ਪੁਰਾਣਾ ਇੱਕ ਵਾਕ ਚੱਲਿਆ ਆਉਂਦਾ। ਜਿੱਥੇ ਚਾਰ ਜੁੜ ਕੇ ਬੈਠ ਕੇ, ਜਿੱਥੇ ਵਿਚਾਰਾਂ, ਤਕਰਾਰਾਂ, ਤਕਰੀਰਾਂ ਹੋਣ ਲੱਗ ਜਾਣ, ਉੱਥੇ ਹੀ ਪੰਚਾਇਤ ਜੁੜ ਜਾਂਦੀ ਹੈ। ਸੈਕਟਰ 92 ਸ਼ਹਿਰ ਚੰਡੀਗੜ੍ਹ ਦਾ ਪੈਂਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਹੈ। ਇੱਕ ਪਿੰਡ ਦੀ ਹਦੂਦ ਪੈਂਦੀ ਹੈ, ਪਿੰਡ ਹੈ ਲਾਂਡਰਾ, ਬੜਾ ਪੁਰਾਣਾ ਪਿੰਡ ਹੈ, ਪਰ ਅੱਜ ਪਿੰਡ ਨਾ ਹੋ ਕੇ ਸ਼ਹਿਰ ਬਣ ਚੁੱਕਿਆ। ਪਰੰਤੂ ਬੇਸ਼ੱਕ ਦੀ ਉਹ ਪਿੰਡ ਸ਼ਹਿਰ ਵੱਲ ਤਬਦੀਲ ਹੋ ਗਿਆ, ਸੈਕਟਰ 92 ਦੇ ਵਿੱਚ ਆ ਗਿਆ, ਪਰ ਦਿੱਕਤਾਂ ਪਰੇਸ਼ਾਨੀਆਂ ਸਿਰਫ ਪਿੰਡ ਦੀਆਂ ਨਹੀਂ, ਪਿੰਡ ਤੋਂ ਅੱਗੇ ਵੱਧ ਕੇ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਵਾਰ-ਵਾਰ ਮੈਂ ਇਹ ਗੱਲ ਕਰਦਾ ਹੁੰਦਾ ਕਿ ਮਸਲਾ ਸਿਰਫ ਇੱਕ ਪਿੰਡ ਦਾ ਨਹੀਂ ਹੁੰਦਾ। ਪਿੰਡ ਸਿਰਫ ਇੱਕ ਇਕਾਈ ਹੈ। ਪਿੰਡ ਦੀ ਇਕਾਈ ਤੋਂ ਅਸੀਂ ਆਪਣੇ ਸੂਬੇ ਤੱਕ ਪਹੁੰਚਣਾ, ਆਪਣੇ ਸੂਬੇ ਤੋਂ ਆਪਣੇ ਦੇਸ਼ ਦੀ ਪੂਰੀ ਓਵਰਆਲ ਤਸਵੀਰ ਦੇਖਣ ਦੀ ਕੋਸ਼ਿਸ਼ ਕਰਨੀ ਹੈ। ਅੱਜ ਜਦੋਂ ਅਸੀਂ ਇਸ ਵਿਜ਼ਨ ਪੰਚਾਇਤ ਦੇ ਵਿੱਚ ਜ਼ਿਕਰ ਕਰਾਂਗੇ ਤਾਂ ਪੂਰੇ ਦੇਸ਼ ਦੇ ਵਿੱਚ ਕਈ ਸਾਰੀਆਂ ਘਟਨਾਵਾਂ ਔਰ ਕਈ ਸਾਰੀਆਂ ਹਲਚਲਾਂ ਵਾਪਰ ਰਹੀਆਂ ਨੇ ਜਿਨ੍ਹਾਂ ਦੇ ਉੱਤੇ ਤੁਹਾਡਾ ਧਿਆਨ ਦਿਵਾਉਣਾ ਲਾਜ਼ਮੀ ਹੈ। ਇੱਕ, ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਜਨਮ ਦਿਹਾੜਾ ਭਾਰਤੀ ਜਨਤਾ ਪਾਰਟੀ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ। ਮਨਾਇਆ ਵੀ ਇਸ ਤਰੀਕੇ ਨਾਲ ਜਾ ਰਿਹਾ ਕਿ ਉਹ ਇੱਕ ਚੁਣੇ ਹੋਏ ਪ੍ਰਧਾਨ ਮੰਤਰੀ ਨਾ ਹੋ ਕੇ ਸ਼ਾਇਦ ਕਿਤੋਂ ਕੋਈ ਅਵਤਾਰ ਉਤਰੇ ਹੋਣ। ਇਸ ਕਿਸਮ ਨਾਲ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਪ੍ਰੋਜੈਕਟ ਕਰ ਰਹੀ ਹੈ। ਇਸ ਤਰੀਕੇ ਨਾਲ ਉਹਨਾਂ ਦੀ ਪੂਜਾ ਕੀਤੀ ਜਾ ਰਹੀ ਹੈ ਉਹਨਾਂ ਦੇ ਜਨਮ ਦਿਹਾੜੇ ਤੇ ਕਿ ਸ਼ਾਇਦ ਦੇਸ਼ ਦੇ ਵਿੱਚ ਕੋਈ ਅਵਤਾਰ ਪੈਦਾ ਹੋ ਗਿਆ। ਇਸ ਤੋਂ ਪਹਿਲਾਂ ਦੇਸ਼ ਦੀ ਤਰੱਕੀ ਕਰਨ ਵਾਸਤੇ ਜਾਂ ਦੇਸ਼ ਦਾ ਭਲਾ ਜਾਂ ਦੇਸ਼ ਦੀ ਜਨਤਾ ਦੇ ਚੰਗੇ ਸੋਚਣ ਵਾਸਤੇ ਸ਼ਾਇਦ ਕੋਈ ਵਿਅਕਤੀ ਪੈਦਾ ਹੀ ਨਾ ਹੋਇਆ ਹੋਵੇ। ਦੂਸਰਾ ਮਸਲਾ, ਭਾਰਤੀ ਜਨਤਾ ਪਾਰਟੀ ਦੀ 9 ਮਾਸ ਦੀ ਰਿਸ਼ਤੇਦਾਰ ਭਾਈਵਾਲ ਪਾਰਟੀ ਰਹੀ ਸ਼੍ਰੋਮਣੀ ਅਕਾਲੀ ਦਲ ਅੱਜ ਦੇ ਦਿਨ ਦਿੱਲੀ ਦੇ ਵਿੱਚ ਕੂਚ ਕਰ ਚੁੱਕੀ ਹੈ। ਕੂਚ ਕਰਨ ਦਾ ਕਾਰਨ ਇਹ ਹੈ ਕਿ ਉਹ ਕਹਿੰਦੇ ਕਿ ਜਦੋਂ ਅਸੀਂ ਭਾਈਵਾਲ ਹੁੰਦੇ ਸੀਗੇ ਭਾਰਤੀ ਜਨਤਾ ਪਾਰਟੀ ਦੇ, ਉਦੋਂ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਇਹਨਾਂ ਨੇ ਜਿਹੜੇ 3 ਖੇਤੀ ਕਾਨੂੰਨ ਪਾਸ ਕੀਤੇ ਆ ਕਿ ਇਹਨਾਂ ਦੇ ਵਿੱਚ ਮਾੜਾ ਵੀ ਕੁਝ ਹੈ। ਹੁਣ ਜਦੋਂ ਅਲੱਗ ਹੋ ਗਏ ਕਹਿੰਦੇ ਸਾਨੂੰ ਪਤਾ ਲੱਗਿਆ ਕਿ ਮਾੜਾ ਹੀ ਬਹੁਤ ਕੁਝ ਹੈ। ਯਾਨੀ ਕਿ ਉਹ ਆਪ ਅੰਤਰਦਵੰਦ ਦੇ ਸ਼ਿਕਾਰ ਹੋਏ ਹੋਏ ਨੇ। ਪਤਾ ਹੀ ਨਹੀਂ ਲੱਗ ਰਿਹਾ ਕਿ ਕਿੱਧਰਲੇ ਪਾਸੇ ਨੂੰ ਗੇਂਦ ਜਾਣੀ ਹੈ ਤੇ ਕਿੱਧਰਲੇ ਪਾਸਿਓਂ ਰਾਖੀ ਕਰਨੀ ਹੈ। ਪੰਜਾਬੀ ਦਾ ਇੱਕ ਸ਼ਬਦ ਹੈ ਨਾ, ਬੌਂਦਲੇ ਪਏ ਹੈ।
ਸੋ ਇਸ ਵਕਤ ਬੌਂਦਲੇ ਜੇ ਪਏ ਹੋਏ ਲੱਗਦੇ ਆ ਅਕਾਲੀ ਦਲ ਵਾਲੇ। ਇਸੇ ਕਰਕੇ ਦਿੱਲੀ ਕੂਚ ਕਰਕੇ ਅੱਜ ਦੇ ਦਿਹਾੜੇ ਨੂੰ ਕਾਲੇ ਦਿਹਾੜੇ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ, ਕਿਉਂਕਿ ਅੱਜ ਦੇ ਦਿਨ ਲੋਕ ਸਭਾ ਦੇ ਵਿੱਚ ਇਹਨਾਂ ਕਾਨੂੰਨਾਂ ਦੀ ਜਿਹੜੀ ਅਸਲ ਕਾਰਵਾਈ ਆ ਉਹ ਪਾਸ ਲਗਭਗ ਹੋ ਚੁੱਕੀ ਸੀ ਤੇ ਉਧਰੋਂ ਪ੍ਰਧਾਨ ਮੰਤਰੀ ਦਾ ਜਨਮ ਦਿਨ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਮਨਾ ਰਹੀ ਹੈ। ਪਰ ਇਹਨਾਂ ਸਾਰਿਆਂ ਦੇ ਵਿਚਾਲੇ ਇੱਕ ਪਾਸੇ ਪੰਜਾਬ ਕਾਂਗਰਸ ਦਾ ਜਿਹੜਾ ਯੂਥ ਵਿੰਗ ਹੈ ਉਹ ਆਪਣੀ ਮਤਲਬ ਇੱਕ ਚਰਚਾ ਛੇੜੀ ਬੈਠਾ ਹੈ ਕਿ ਉਹ ਆਪਣੇ ਪੱਧਰ ਤੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਪੁਤਲੇ ਫੂਕ ਰਹੇ ਔਰ ਜ਼ਿੰਦਾਬਾਦ ਮੁਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਕਿਸਾਨ ਹਿੱਤਾਂ ਔਰ ਕਿਸਾਨ ਹੱਕਾਂ ਔਰ ਕਿਸਾਨ ਘੋਲ ਦੇ ਨਾਲ ਖੜਨ ਦੀ ਦਾਅਵੇਦਾਰੀ ਕਰਦੇ ਹੋਏ ਉਹ ਨਜ਼ਰ ਆਉਂਦੇ ਨੇ ਸਾਨੂੰ ਕਾਂਗਰਸ ਦੇ ਜਿਹੜੇ ਲੋਕ ਨੇ। ਇਹਨਾਂ ਸਾਰਿਆਂ ਦੇ ਵਿਚਾਲੇ ਚੱਕੀ ਦੇ ਤਾਂ ਦੋ ਪੁੜ ਹੁੰਦੇ ਆ, ਪਰ ਭਾਰਤੀ ਰਾਜਨੀਤੀ ਦੀ ਜਦੋਂ ਗੱਲ ਕਰਦੇ ਆ ਤਾਂ ਪੁੜ ਹੀ ਪੁੜ ਨੇ, ਸਾਰਿਆਂ ਦੇ ਵਿਚਾਲੇ ਫਸਦੀ ਹੈ ਔਰ ਪਿਸਦੀ ਹੈ ਆਮ ਜਨਤਾ, ਆਮ ਲੋਕ। ਵਿਜ਼ਨ ਪੰਚਾਇਤ ਆਮ ਲੋਕਾਂ ਦੇ ਨਾਲ ਸੈਕਟਰ 92 ਪਿੰਡ ਲਾਂਡਰਾਂ ਦੇ ਵਿੱਚ ਆਪਾਂ ਆਏ ਆ, ਪਹੁੰਚੇ ਆ। ਦੇਖਦੇ ਹਾਂ ਕੁਝ ਬਜ਼ੁਰਗ ਨੇ ਜਿਨ੍ਹਾਂ ਦਾ ਹੋਣਾ ਲਾਜ਼ਮੀ ਹੈ, ਜਿਨ੍ਹਾਂ ਕੋਲੇ ਜ਼ਿੰਦਗੀ ਦੇ ਤਜਰਬੇ ਆ। ਬਜ਼ੁਰਗਾਂ ਤੋਂ ਬਾਅਦ ਸਾਡੇ ਕੋਲੇ ਨੌਜਵਾਨ ਨੇ ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਨਿਰਧਾਰਿਤ ਔਰ ਤੈਅ ਕਰਨਾ ਹੈ। ਹਾਲਾਂਕਿ ਇੱਕ ਗੱਲ ਮੈਂ ਬੇਬਾਕੀ ਨਾਲ ਕਹਿਣਾ ਕਿ ਸਾਡੇ ਨੌਜਵਾਨਾਂ ਦੇ ਵਿੱਚ ਪਹਿਲਾਂ ਤੋਂ ਇਹ ਸੁਪਨਾ ਜਾਗ ਪੈਂਦਾ ਹੈ ਜਾਂ ਪੈਦਾ ਕਰ ਦਿੱਤਾ ਜਾਂਦਾ ਕਿ ਕਰੋ ਜੀ 10ਵੀਂ ਕਰੋ 12ਵੀਂ ਲਓ ਆਈਲੈਸ ਦੇ ਵਿੱਚੋਂ 6-7 ਬੈਂਡ ਤੇ ਪਹੁੰਚੋ ਵਿਦੇਸ਼ਾਂ ਦੀ ਧਰਤੀ ਤੇ। ਨੌਬਤ ਕਿਉਂ ਆਉਂਦੀ ਹੈ? ਇਹ ਵੱਡਾ ਸਵਾਲ ਹੈ ਕਿ ਨੌਬਤ ਕਿਉਂ ਆਉਂਦੀ ਹੈ। ਸਾਡੇ ਜੇ ਇੱਥੇ ਹੀ ਸਾਧਨ ਉਨੇ ਕੁ ਹੋ ਜਾਣ ਤਾਂ ਫਿਰ ਬਾਹਰ ਮਾਂ-ਬਾਪ ਵੀ ਕਿਉਂ ਭੇਜਣ ਤੇ ਨੌਜਵਾਨ ਵੀ ਕਿਉਂ ਬਾਹਰ ਜਾਣ ਦੀ ਕੋਸ਼ਿਸ਼ ਕਰਨ। ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਪ੍ਰਧਾਨ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਂ ਜੀ? ਮੇਰਾ ਨਾਮ ਸਰਦਾਰ ਜਸਪਾਲ ਸਿੰਘ ਗਿੱਲ, ਪਿੰਡ ਲਾਂਡਰਾਂ। ਗਿੱਲ ਸਾਹਿਬ, 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ। ਜਿਹੜੀਆਂ ਸਮੱਸਿਆਵਾਂ ਮੈਂ ਆਪਣੀ ਮੁੱਖ ਬੰਦ ਦੇ ਵਿੱਚ ਕਹੀਆਂ ਨੇ, ਸ਼ੁਰੂਆਤ ਦੇ ਵਿੱਚ ਕਹੀਆਂ ਨੇ, ਤੁਹਾਡੇ ਉਮਰ ਦੇ ਲੰਬੇ ਤਜਰਬੇ ਹੈ, ਅੱਜ ਕਿੱਥੇ ਜੇ ਖੜਾ ਮਹਿਸੂਸ ਕਰਦੇ ਹੋ? ਦੇਸ਼ ਨੂੰ ਛੱਡੋ, ਪੰਜਾਬ ਨੂੰ ਛੱਡੋ, ਆਪਣੇ ਇਸ ਇਲਾਕੇ ਨੂੰ, ਆਪਣੇ ਇਸ ਪਿੰਡ ਨੂੰ। ਅਸੀਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਮਿਲਾਪ ਕਰਿਆ। ਮੈਂ ਮੀਡੀਆ ਦਾ ਬਹੁਤ ਬਹੁਤ ਧੰਨਵਾਦੀ ਹਾਂ। ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਅਸੀਂ ਸਾਡੇ ਇਲਾਕੇ 'ਚ ਮੈਨੂੰ ਤਾਂ ਕੋਈ ਜਿਹੜਾ ਸਰਕਾਰ ਨੇ ਕਿਸੇ ਨੇ ਵੀ ਅੱਜ ਤੱਕ ਜਿੰਨੀਆਂ ਸਰਕਾਰਾਂ ਬਣੀਆਂ ਵੀ ਕਿਸੇ ਨੇ ਕੋਈ ਸਾਡੇ ਇਲਾਕੇ ਦਾ ਕੋਈ ਫਾਇਦਾ ਕਰਿਆ ਨਹੀਂ। ਕਿਉਂਕਿ ਫਾਇਦਾ ਕਰਨ ਨਾਲ ਇਹ ਨਹੀਂ ਕਿ ਕੋਠੀਆਂ ਪੈ ਗਈਆਂ, ਸੈਕਟਰ ਕੱਟ ਲਏ ਜਾਂ ਕਿਸੇ ਨਦੀ ਤੇ ਪੁਲ ਲੱਗ ਗਿਆ, ਇਹਦੇ ਨਾਲ ਨਹੀਂ ਬਣਦਾ। ਪਰ ਸਾਡੇ ਇਲਾਕੇ 'ਚ ਪ੍ਰਤਾਪ ਸਿੰਘ ਕੈਰੋਂ ਨੇ ਸਿਰਫ ਚੰਡੀਗੜ੍ਹ 'ਚ 3 ਚੀਜ਼ਾਂ ਬਣਾਈਆਂ ਸੀ, ਇੱਕ PGI, ਇੱਕ ਇੰਜੀਨੀਅਰਿੰਗ ਕਾਲਜ ਤੇ ਯੂਨੀਵਰਸਿਟੀ। ਉਹ ਤੋਂ ਬਾਅਦ ਸਾਡੇ ਇਲਾਕੇ 'ਚ ਜਿਹੜਾ ਸਾਡਾ ਇੱਧਰ ਇਲਾਕਾ ਹੈ ਖਰੜ ਤਹਿਸੀਲ ਦਾ ਜਾਂ ਰੋਪੜ ਡਿਸਟ੍ਰਿਕਟ ਲਾ ਲਓ, ਹੁਣ ਮੋਹਾਲੀ ਡਿਸਟ੍ਰਿਕਟ ਬਣ ਗਿਆ, ਇਹਦੇ 'ਚ ਕੋਈ ਵੀ ਅੱਜ ਤੱਕ ਸਰਕਾਰੀ ਕਾਲਜ ਜਾਂ ਸਰਕਾਰੀ ਯੂਨੀਵਰਸਿਟੀ ਜਾਂ ਵੱਡਾ ਕੋਈ ਹਸਪੀਟਲ ਜਾਂ ਕੋਈ ਵੱਡੀ ਹੋਰ ਕੋਈ ਚੀਜ਼ ਬਣੀ ਹੋਵੇ, ਇੱਥੇ ਕੋਈ ਨਹੀਂ ਬਣਿਆ। ਸਿਰਫ ਉਹੀ ਚੱਲੀ ਆਉਂਦੇ ਨੇ। ਅਸੀਂ ਲੋਕ ਆ ਜਿਹੜੇ ਸਾਡੇ ਪਿੰਡਾਂ 'ਚ ਅੱਜ ਤੱਕ, ਮੇਰੇ ਪਿੰਡ 'ਚ ਮੈਂ ਦੇਖਦਾ ਕਿ ਮੇਰੇ ਜੰਮਣ ਤੋਂ ਪਹਿਲਾਂ, ਮੇਰੀ ਉਮਰ 65 ਸਾਲ ਹੋ ਗਈ, ਮੇਰੇ ਜੰਮਣ ਤੋਂ ਪਹਿਲਾਂ ਹਾਈ ਸਕੂਲ ਬਣਿਆ ਸੀ, ਲਾਇਬ੍ਰੇਰੀ ਬਣੀ ਸੀ, ਡੰਗਰਾਂ ਦਾ ਹਸਪੀਟਲ ਬਣਿਆ ਸੀ, ਬੰਦਿਆਂ ਦਾ ਹਸਪੀਟਲ ਬਣਿਆ ਸੀ। ਪਰ ਉੱਥੇ ਤੱਕ ਹੀ ਨਿਰਭਰ ਹੈ, +2 ਤੱਕ ਨਹੀਂ ਹੋਇਆ। ਜਦੋਂ 10ਵੀਂ ਤੱਕ ਹੈ, ਜਦੋਂ ਕੋਈ ਸਾਰੇ ਇਲਾਕੇ 'ਚ ਝੰਜੇੜੀ ਪਿੰਡ, ਸਾਰੇ ਹੋਰ ਜਿੱਥੇ ਆਪਣਾ ਸਨੇਟਾ ਹੈ ਜਾਂ ਹੋਰ ਪਿੰਡ ਨੇ, ਉੱਥੇ 10ਵੀਂ ਦੇ ਸਕੂਲ ਤੱਕ ਹੀ, ਪ੍ਰਾਇਮਰੀ ਸਕੂਲ ਵੀ ਨਹੀਂ ਸੀ ਕਈ ਪਿੰਡਾਂ 'ਚ, ਉਹ ਵੀ ਇੱਥੇ ਪੜ੍ਹਨ ਆਉਂਦੇ ਸੀ। ਪਰ ਅੱਜ ਉੱਥੇ ਜਿਹੜੇ +2 ਦੇ ਸਕੂਲ ਬਣ ਗਏ, ਪਰ ਸਾਡੇ ਪਿੰਡ 'ਚ ਵੀ ਸਾਡਾ ਕੋਈ +2 ਦਾ ਸਕੂਲ ਵੀ ਨਹੀਂ ਹੈ। ਹਾਲਾਂਕਿ ਤੁਹਾਡਾ ਪਿੰਡ ਮੇਨ ਰੋਡ ਦੇ ਉੱਤੇ ਪੈਂਦਾ ਔਰ ਵੱਡਾ ਸੈਂਟਰ ਬਣ ਰਿਹਾ, ਜਦ ਕਿ ਸਾਡਾ ਪਿੰਡ ਮੇਨ ਰੋਡ ਤੇ ਹੈ। ਸਾਡੇ ਪਿੰਡ ਨੂੰ ਤੁਸੀਂ ਜਿੱਥੇ ਨੂੰ ਮਰਜ਼ੀ, ਪੰਜਾਬ 'ਚ ਹਰਿਆਣੇ ਜਾਣ ਨੂੰ, ਹਿਮਾਚਲ ਜਾਣ ਨੂੰ, ਕਿਤੇ ਨੂੰ ਵੀ ਬੱਸ ਫੜ ਸਕਦੇ ਹੋ, ਤੁਸੀਂ ਜਾ ਸਕਦੇ ਹੋ। ਪਰ ਸਾਡੇ ਪਿੰਡ 'ਚ ਅੱਜ ਤੱਕ ਕੋਈ ਪ੍ਰੋਗਰੈਸ ਨਹੀਂ ਹੋਈ, ਕੋਈ ਡਿਵੈਲਪ ਨਹੀਂ ਕੀਤਾ। ਇਹ ਕੋਠੀਆਂ ਬਣਨ ਨਾਲ ਕੋਈ ਡਿਵੈਲਪਮੈਂਟ ਨਹੀਂ ਹੁੰਦੀ। ਡਿਵੈਲਪਮੈਂਟ ਇੱਥੇ ਆ ਰਿਹਾ ਸੀ। ਤੁਸੀਂ ਪ੍ਰਧਾਨ ਜੀ ਬੜੀ ਸੋਹਣੀ ਗੱਲ ਛੇੜ ਲਈ। ਚਰਚਾ ਨੂੰ ਇੱਥੋਂ ਹੀ ਆਪਾਂ ਦੁਬਾਰਾ ਅੱਗੇ ਤੋਰਦੇ ਹਾਂ। ਤੁਸੀਂ ਕਿਹਾ ਕਿ ਕੋਠੀਆਂ ਬਣਨ ਨੂੰ ਡਿਵੈਲਪਮੈਂਟ ਨਹੀਂ ਕਿਹਾ ਜਾ ਸਕਦਾ, ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ। ਪਰ ਆਮ ਜਦੋਂ ਅਸੀਂ ਪੰਜਾਬ 'ਚ ਜਾਂਦੇ ਹਾਂ ਤਾਂ ਪੰਜਾਬ 'ਚ ਵਿਚਾਰ ਸਾਹਮਣੇ ਆਉਂਦਾ ਵੀ ਭਾਈ ਆਹ ਇਲਾਕੇ ਵਾਲੇ ਜਾਂ ਤੁਹਾਡੇ ਪਿੰਡ ਵਾਲੇ ਤਾਂ ਅਮੀਰ ਹੀ ਬਹੁਤ ਹੋਊਗੀ ਵੀ ਇੱਥੇ ਤਾਂ ਕਿੱਲੇ ਹੀ ਬਹੁਤ ਮਹਿੰਗੇ ਵਿਕਣ ਲੱਗ ਗਏ। ਕਿੱਲੇ ਮਹਿੰਗਾ ਨਾਲ ਸਾਡੀ ਕੋਈ ਡਿਵੈਲਪਮੈਂਟ ਨਹੀਂ ਹੁੰਦੀ। ਜੇ ਆਪਾਂ ਕਹੀਏ ਵੀ ਕਿੱਲੇ ਵਿਕਣ ਨਾਲ ਡਿਵੈਲਪਮੈਂਟ ਹੋ ਗਈ, ਕਿੱਲੇ ਵਿਕਣ ਨਾਲ ਕਦੇ ਡਿਵੈਲਪਮੈਂਟ ਨਹੀਂ ਹੁੰਦੀ। ਪੈਸਾ ਆਉਣ ਨਾਲ ਡਿਵੈਲਪਮੈਂਟ ਤਾਂ ਹੁੰਦੀ ਹੈ ਜੇ ਅਸੀਂ ਅੱਗੇ ਵਧੀਏ। ਸਾਡੇ ਬੱਚੇ ਪੜ੍ਹ ਕੇ ਆਫੀਸਰ ਬਣਨ, ਸਾਡੇ ਬੱਚੇ ਓਲੰਪਿਕ 'ਚ ਖੇਡਣ, ਸਾਡੇ ਬੱਚੇ ਹੋਰ ਕੋਈ ਪਦਵੀਆਂ ਪਾਉਣ, ਤਾਂ ਸਾਡਾ ਉਹ ਹੈ। ਜੇ ਸਾਡੇ ਬੱਚੇ ਅੱਜ ਕੋਈ IPS IAS ਜੇ ਕੋਈ ਬਣੂਗਾ ਤਦੇ ਸਾਡਾ ਇਲਾਕਾ ਕਾਮਯਾਬ ਹੋਊਗਾ। ਤਾਂ ਅਸੀਂ ਉਹਨੂੰ, ਲੋਕ ਸਾਡੇ ਇਲਾਕੇ 'ਤੇ ਜਾ ਕੇ ਦੱਸਣਗੇ ਵੀ ਹਾਂ ਜੀ ਇਹ ਮੋਹਾਲੀ ਜ਼ਿਲ੍ਹੇ ਦਾ, ਇਹ ਲਾਂਡਰਾਂ ਪਿੰਡ ਦਾ ਬੱਚਾ ਹੈ, ਇਹਨੇ ਇੱਥੇ ਸਾਡਾ ਬੱਚਾ ਹੈ ਤਰਵਿੰਦਰ ਸਿੰਘ, ਉਹ ਡਿਪਟੀ ਸਿਲੈਕਟ ਹੋਏ ਸੀ, ਪੁਲਿਸ 'ਚ ਡਿਪਟੀ ਸਿਲੈਕਟ ਹੋਏ। ਸਾਨੂੰ ਮਾਣ ਆ ਬੱਚੇ 'ਤੇ,
ਕਿਉਂਕਿ ਉਹਨੇ ਮਿਹਨਤ ਕੀਤੀ ਹੈ, ਮਿਹਨਤ ਕਰਕੇ ਬਣਿਆ। ਜੇ +2 ਕਰਕੇ ਆਪਾਂ ਇੱਥੋਂ ਬੱਚੇ ਸਾਡੇ +2 ਕਰਕੇ ਜਾ ਕੇ ਅਮਰੀਕਾ, ਕੈਨੇਡਾ, ਇੰਗਲੈਂਡ ਬੈਠ ਗਏ, ਉਹ ਕੋਈ ਡਿਵੈਲਪਮੈਂਟ ਨਹੀਂ ਹੈ। ਡਿਵੈਲਪਮੈਂਟ ਤਾਂ ਜੇ ਸਾਡੇ ਬੱਚੇ ਪੜ੍ਹ ਕੇ ਇੱਥੇ ਸਾਡੇ IPS IAS ਅਫਸਰ ਜਾਂ ਹੋਰ ਵੱਡੀਆਂ ਪਦਵੀਆਂ ਤੇ ਬੈਠਣ। ਜਿਵੇਂ ਕਿ ਸਾਡੇ ਪਿੰਡ ਦੇ ਪਹਿਲਾਂ ਸਰਦਾਰ ਹਜ਼ਾਰਾ ਸਿੰਘ ਸੀ, ਅਸੀਂ ਤਾਂ ਬੱਚਾ ਸੀ, ਮੈਂ ਛੋਟਾ ਜਿਹਾ ਸ਼ਾਇਦ ਦੇਖਿਆ ਜਾਂ ਨਹੀਂ ਦੇਖਿਆ ਮੈਂ ਕਹਿ ਨਹੀਂ ਸਕਦਾ। ਉਹਨਾਂ ਨੇ ਸਾਡੀ ਅੰਬਾਲੇ ਜ਼ਿਲ੍ਹੇ ਸਾਡੀ ਤੂਤੀ ਬੋਲਦੀ ਸਾਡੇ ਪਿੰਡ ਦੀ, ਜੋ ਕਰਦੇ ਸੀ ਠੀਕ ਹੈ। ਫਿਰ ਸਰਦਾਰ ਜਾਗਰ ਸਿੰਘ ਸੀ ਜਿਹੜੇ ਕਿ ਖੇਤੀਬਾੜੀ ਮਹਿਕਮੇ 'ਚ ਰਹੇ ਨੇ, ਡਾਇਰੈਕਟਰ ਰਹੇ ਨੇ। ਸਰਦਾਰ ਰਘਵੀਰ ਸਿੰਘ ਗਿੱਲ ਸੀ, ਉਹ ਇਹ 'ਚ ਰਹੇ ਨੇ। ਬੀਬੀ ਪਰਮਜੀਤ ਕੌਰ ਆ ਹੁਣ ਲੇਟੈਸਟ, ਉਹ ਵੀ SGPC ਦੇ ਮੈਂਬਰ ਨੇ, ਇਹਦੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਹੇ ਨੇ। ਪਰ ਮਤਲਬ ਡਿਵੈਲਪਮੈਂਟ ਦੀ ਜਿਹੜੀ ਗੱਲ ਕਰਦੇ ਆ, ਡਿਵੈਲਪਮੈਂਟ ਨਹੀਂ ਕੋਈ ਹੋਈ ਸਾਡੇ ਪਿੰਡ ਦੀ। ਇੱਕ ਨਵਾਂ ਪੈਸਾ ਵੀ ਜਿਹੜੀ ਕਹੀਏ, ਜੇ ਸਾਡੇ ਪੱਕੀਆਂ ਸੜਕਾਂ ਬਣ ਗਈਆਂ, ਸਾਡੇ ਪਿੰਡ 'ਚ ਗਲੀਆਂ ਪੱਕੀਆਂ ਬਣ ਗਈਆਂ ਜਾਂ ਸਾਡੇ ਸਟਰੀਟ ਲਾਈਟਾਂ ਲੱਗ ਗਈਆਂ, ਇਹਨਾਂ ਨਾਲ ਕੋਈ ਡਿਵੈਲਪਮੈਂਟ ਨਹੀਂ ਮੈਂ ਮੰਨਦਾ। ਇਸ ਡਿਵੈਲਪਮੈਂਟ ਤਾਂ ਹੈ ਸਾਡਾ ਸਕੂਲ ਅੱਜ ਤੱਕ ਕਿਤੇ ਬਣਿਆ ਹੁੰਦਾ, ਕਾਲਜ ਬਣਿਆ ਹੁੰਦਾ ਹੈ। ਫਿਰ ਸਾਡੇ ਪਿੰਡ ਸਟੇਡੀਅਮ ਨਹੀਂ ਹੈ, ਜਿਹੜੀ ਕਿ ਅੱਜ ਤੱਕ ਮੈਂ ਬਹੁਤ ਅੱਜ ਨਹੀਂ ਮੇਰੇ ਮਤਲਬ ਮੇਰੀ ਸੋਚਣੀ ਹੈ। ਮੈਨੂੰ 29 ਸਾਲ ਹੋ ਗਏ ਫੌਜ 'ਚੋਂ ਪੈਨਸ਼ਨ ਆਏ ਨੂੰ। ਮੈਂ 29 ਸਾਲ ਤੋਂ ਲੋਕਾਂ 'ਚ ਦੇਖਦਾ ਉਹਨਾਂ ਕਿ ਮੈਂ ਲੋਕਾਂ 'ਚ ਕਹਿਣਾ ਵੀ ਹੈ ਕਿ ਸਾਡੇ ਪਿੰਡ 'ਚ ਸਟੇਡੀਅਮ ਨਹੀਂ ਹੈ। ਬਾਹਰਲੇ ਲੁਧਿਆਣੇ 'ਚ ਜਾ ਕੇ ਦੇਖੋ, ਪਿੰਡ ਸਟੇਡੀਅਮ ਨੇ, ਬੱਚੇ ਮਾਰਦੇ ਨੇ, ਛਾਲਾਂ ਮਾਰਦੇ ਨੇ। ਝੰਜੇੜੀ ਪਿੰਡ ਦੇ ਮੈਂ ਪੇਪਰ 'ਚ ਪੜ੍ਹਦਾ ਹੁੰਦਾ ਕਈ ਵਾਰ, ਝੰਜੇੜੀ ਪਿੰਡ ਦੇ ਬੱਚੇ ਕਈ ਖੇਡਦੇ ਨੇ, ਨੈਸ਼ਨਲ ਵਗੈਰਾ ਖੇਡਦੇ ਨੇ। ਕਿਉਂ ਖੇਡਦੇ ਨੇ? ਉੱਥੇ ਗਰਾਊਂਡ ਹੈ, ਉੱਥੇ ਟੀਚਰ ਵਧੀਆ ਨੇ, +2 ਸਕੂਲ ਬਣ ਗਿਆ, ਅੱਗੇ ਵੱਧਦੇ ਨੇ। ਪਰ ਸਾਡਾ ਪਿੰਡ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਪਾਸੇ ਨੂੰ ਅੱਗੇ ਵਧਿਆ ਹੋਵੇ। ਸਾਡਾ ਪਿੰਡ ਹਾਂ ਇੱਕ ਚੀਜ਼ ਹੈ ਵੀ ਕੋਠੀਆਂ ਸਾਡੇ ਪਿੰਡ 'ਚ ਵਧੀਆ ਬਣ ਗਈਆਂ, ਮੁੰਡੇ ਵੱਡੀਆਂ ਗੱਡੀਆਂ ਲੈ ਘੁੰਮਣ ਲੱਗੇ। ਵੱਡੀਆਂ ਮੇਰੇ ਕੋਲ ਵੀ ਵੱਡੀ ਗੱਡੀ ਹੋਊ, ਇਹ ਬੱਚੇ ਕੋਲ ਵੀ ਵੱਡੀ ਗੱਡੀ ਹੋਊ, ਇੱਧਰ ਬੱਚਾ ਬੈਠਾ ਇਹਦੇ ਕੋਲ ਵੀ, ਪਰ ਉਹਦੇ ਨਾਲ ਸਾਡੀ ਡਿਵੈਲਪਮੈਂਟ ਥੋੜ੍ਹੀ ਹੁੰਦੀ ਹੈ। ਇਹ ਮਸਲਾ ਗੰਭੀਰ ਹੈ ਜਿਹੜਾ ਚੁੱਕਿਆ ਗਿਆ ਕਿ ਸੱਚਮੁੱਚ ਕੋਠੀਆਂ ਬਣਨੀਆਂ ਜਾਂ ਸੈਕਟਰ ਡਿਵੈਲਪ ਹੋ ਜਾਣੇ। ਬਾਈ ਜੀ ਕਿੱਥੇ ਜੇ ਖੜਾ ਮਹਿਸੂਸ ਕਰਦੇ ਹੋ ਤੁਹਾਡੇ ਪਿੰਡ ਨੂੰ? ਕੀ ਨਾਂ ਤੁਹਾਡਾ? ਬਲਵਿੰਦਰ ਸਿੰਘ ਹੈ ਜੀ। ਬਲਵਿੰਦਰ ਬਾਈ ਕਿੱਥੇ ਜੇ ਖੜਾ ਮਹਿਸੂਸ ਕਰਦੇ ਹੋ ਤੁਹਾਡੇ ਪਿੰਡ ਨੂੰ ਔਰ ਤੁਹਾਡੇ ਪਿੰਡ ਦੇ ਲੋਕਾਂ ਨੂੰ, ਸਾਰਿਆਂ ਨੂੰ? ਲੋਕਾਂ ਦਾ ਤਾਂ ਇਸ ਤਰ੍ਹਾਂ ਹੁਣ ਰਾਜਨੀਤੀ 'ਚ ਵੜ ਜਾਂਦੇ ਜਿਹੜੇ ਲੋਕ ਆਪਣੇ ਰਾਜਨੀਤੀ ਨੂੰ ਇਹ ਤਾਂ ਸੋਚਦੇ ਨਹੀਂ ਹੈਗੇ ਆਪਾਂ ਵੀ ਹਾਂ ਅਸੀਂ ਰਾਜਨੀਤੀ 'ਚ ਰਹਿ ਕੇ ਆਪਣੇ ਪਿੰਡ ਵੱਲ ਨੂੰ ਧਿਆਨ ਦਈਏ, ਆਪਣੇ ਪਿੰਡ ਦੀ ਡਿਵੈਲਪ ਦੇਖੀਏ। ਰਾਜਨੀਤੀ ਤੱਕ ਸਹਿਮਤ ਹੈਗੇ, ਉਹ ਸਿਰਫ ਉਹਨਾਂ ਨੂੰ ਰਾਜਨੀਤੀ ਚਾਹੀਦੀ ਹੈ। ਜਿੱਥੇ ਉਹਨਾਂ ਨੂੰ ਰਾਜਨੀਤੀ ਮਿਲ ਗਈ ਉੱਥੇ ਉਹ ਸਹਿਮਤ ਹੈਗੇ। ਜੇ ਪਿੰਡ ਦੀ ਡਿਵੈਲਪਮੈਂਟ ਕਦੀ ਨੂੰ ਆਉਂਦੇ ਆ ਤਾਂ ਉੱਥੇ ਆ ਕੇ ਰਾਜਨੀਤੀ ਖਤਮ ਕਰ ਦਿੰਦੇ ਆ। ਜੇ ਕਿਸੇ ਤੇ ਕੋਈ ਕੰਮ ਵੀ ਕਰਾਉਣਾ ਆਪਾਂ ਨੇ, ਚਾਹੇ ਕੋਈ ਸਿਆਣਾ ਚਾਹੇ ਕੋਈ ਨਿਆਣਾ, ਕਿਸੇ ਤੇ ਵੀ, ਤਾਂ ਉਹਦੇ ਪਹਿਲਾਂ 100 ਕਸਾਮਤਾਂ ਕਰਨੀਆਂ ਪੈਂਦੀਆਂ ਤਾਂ ਕਰਦੇ ਆ। ਠੀਕ ਹੈ, ਜੇ ਕੋਈ ਕਰੂਗਾ ਵੀ ਤਾਂ ਉਹਨੂੰ ਹੋਣ ਨਹੀਂ ਦਿੰਦੇ। ਮੂਹਰੇ ਕਹਿ ਦਿੰਦੇ ਆ ਤੁਹਾਨੂੰ ਨਹੀਂ ਪਤਾ, ਸਾਨੂੰ ਇਸ ਚੀਜ਼ ਬਾਰੇ ਨੌਲੇਜ ਹੈਗੀ। ਨੌਲੇਜ ਤਾਂ ਸਭ ਨੂੰ, ਜਿਹੜਾ ਬੰਦਾ ਬਾਹਰ ਘੁੰਮ ਰਿਹਾ ਉਹਨੂੰ ਨੌਲੇਜ ਹੈਗੀ। ਪਰ ਜੇ ਦੇਖਿਆ ਜਾਵੇ ਪਿੰਡ ਦੀ ਡਿਵੈਲਪਮੈਂਟ ਨੂੰ ਕਿਉਂ ਨਹੀਂ ਦੇਖਦੇ ਹੈਗੇ? ਪਿੰਡਾਂ 'ਚ ਜੇ ਇਹੀ ਕੰਮ ਕਰ ਲੈਣ ਨੌਜਵਾਨ ਮੁੰਡੇ ਆ ਕੇ ਅੱਗੇ ਕਰਨ ਦੇਣ ਜੇ ਇਹਨਾਂ ਨੂੰ, ਤਾਂ ਡਿਵੈਲਪਮੈਂਟ ਹੋਊਗੀ ਕਿਉਂ ਨਹੀਂ? ਪੜ੍ਹੇ ਲਿਖੇ ਮੁੰਡੇ ਵਿਹਲੇ ਫਿਰ ਰਹੇ ਆ। ਠੀਕ ਹੈ, ਵਿਹਲੇ ਫਿਰ ਰਹੇ। ਜੇ ਇਹਨਾਂ ਨੂੰ ਮਾੜਾ ਮੋਟਾ ਕਿਤੇ ਕੰਮ ਹੋਊਗਾ, ਇਹਨਾਂ ਨੂੰ ਸੂਝ ਹੈ ਸਾਰਾ ਕੁਛ, ਅਸੀਂ ਕਿਆ ਕਰਨਾ ਕਿਆ ਨਹੀਂ ਕਰਨਾ। ਆਪਣੇ ਖਾਤਰ ਹੀ ਪਤਾ, ਉਹ ਦੂਜੇ ਖਾਤਰ ਵੀ ਪਤਾ। ਹੁਣ ਪੁਰਾਣੇ ਬਜ਼ੁਰਗ ਤੇ ਪਹਿਲਾਂ 100 ਸਾਲ ਦੀਆਂ ਜਿੱਦਾਂ ਲਈ ਫਿਰਦੇ ਤੇ। ਹੁਣ ਅੱਜ ਕੱਲ੍ਹ ਦੀ ਜਨਰੇਸ਼ਨ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ, ਕਿਸੇ ਨਾਲ ਨਹੀਂ, ਚਾਹੇ ਕਿਸੇ ਨਾਲ ਸਿਰ ਵੱਢੋਂ ਬੈਰ ਤਾਂ ਕੋਈ ਮਤਲਬ ਨਹੀਂ ਹੈਗਾ। ਸਭ ਆਪਣੇ ਬੰਦੇ ਨਾਲ, ਹਰ ਇੱਕ ਨਾਲ ਮਿਲ ਜੋਲ ਰੱਖ ਰਹੇ ਹੈਗੇ। ਇਹ ਨਵੀਂ ਜਨਰੇਸ਼ਨ ਹੈਗੀ। ਹੁਣ ਪੁਰਾਣੇ ਬਜ਼ੁਰਗਾਂ ਨੇ ਤਾਂ ਉਹੀ ਉਸੇ ਹਿਸਾਬ ਨਾਲ ਚੱਲਣਾ, ਉਹਨਾਂ ਨੇ ਤਾਂ ਆਪਣੀ ਰਾਜਨੀਤੀਆਂ ਦੇਖਣੀਆਂ। ਠੀਕ ਹੈ ਨਾ, ਉਹਨਾਂ ਨੇ ਇਹ ਥੋੜ੍ਹੀ ਦੇਖਣਾ ਵੀ ਪਿੰਡ ਦੀ ਅਸੀਂ ਡਿਵੈਲਪਮੈਂਟ ਕਰਨੀ ਹੈ ਜਾਂ ਪਿੰਡ ਬਾਰੇ ਕੁਛ ਸੋਚਣਾ ਹੈਗਾ। ਇਹਨਾਂ ਨੇ ਅੰਕਲ ਨੇ ਦੱਸਿਆ ਪਹਿਲਾਂ ਵੀ ਨਾ ਕੋਈ ਸਟੇਡੀਅਮ ਹੈਗਾ। ਠੀਕ ਹੈ, ਨਾ ਕੋਈ ਮਾੜਾ ਮੋਟਾ ਕਿਧਰੇ ਵੀ ਕੋਈ ਗਰਾਊਂਡ ਮਾੜਾ ਮੋਟਾ ਹੀ ਹੋਇਆ, ਚਲੋ ਬਹੁਤਾ ਤਾਂ ਬੜਾ ਆਪਾਂ ਨਹੀਂ ਕਹਿੰਦੇ ਹੈਗੇ, ਛੋਟਾ ਮੋਟਾ ਹੀ ਹੋਇਆ। ਸਕੂਲ ਹੈ +2 ਤੱਕ, ਅੱਜ ਤੱਕ ਨਹੀਂ ਹੋ ਸਕਿਆ ਹੈਗਾ। ਬਹੁਤਾਂ ਨੇ ਉਹ ਕਰ ਲਏ, ਉਪਰਾਲੇ ਕਰੇ ਇਸ ਚੀਜ਼ ਖਾਤਰ, ਪਰ ਨਹੀਂ ਹੋ ਸਕਿਆ। ਕਿਉਂ ਨਹੀਂ ਆ ਪਾਈਆਂ? ਇਹਨਾਂ ਚੀਜ਼ਾਂ ਦੇ ਸਵਾਲ ਨੇ ਜਿਹੜੇ ਨਾ, ਸਵਾਲਾਂ ਦੇ ਉੱਤਰ ਲੈਣੇ ਬੜੇ ਲਾਜ਼ਮੀ ਨੇ ਕਿ ਇਹ ਜਿਹੜੀ ਗੱਲਾਂ ਚੁੱਕ ਰਹੇ ਨੇ ਬੜੀਆਂ ਮੁੱਢਲੀਆਂ ਜਿਹੀਆਂ ਚੀਜ਼ਾਂ ਨੇ। ਬਾਈ ਜੀ ਥੋੜ੍ਹਾ ਜਿਹਾ ਉੱਧਰ ਨੂੰ ਹੋ, ਮੈਂ ਵੀ ਤੁਹਾਡੇ ਨਾਲ ਆਪਾਂ ਬੈਠ ਕੇ ਜੇ ਗੱਲਬਾਤ ਦੇ ਸਿਲਸਿਲੇ ਤੋਰੀਏ। ਕੀ ਨਾਮ ਬਾਈ ਜੀ ਤੁਹਾਡਾ? ਭੁਪਿੰਦਰ ਸਿੰਘ ਹੈ ਜੀ। ਭੁਪਿੰਦਰ ਬਾਈ, ਆਹ ਜਿਹੜੇ ਮਸਲੇ ਚੁੱਕੇ ਆ ਇਹਨਾਂ ਨੇ ਕਿ ਤੁਹਾਡਾ ਸਕੂਲ ਹੁਣ ਤੱਕ +2 ਤੱਕ ਹੋ ਜਾਣਾ ਚਾਹੀਦਾ ਸੀ, ਹਾਲਾਂਕਿ ਪਿੰਡ ਤੁਹਾਡਾ ਸੈਕਟਰਾਂ 'ਚ ਆ ਗਿਆ। ਕੋਠੀਆਂ ਬਹੁਤ ਬਣ ਗਈਆਂ। ਲੋਕ ਤੁਹਾਨੂੰ, ਅਸੀਂ ਜਦੋਂ ਪੰਜਾਬ 'ਚ ਗੱਲ ਕਰਦੇ ਹਾਂ ਤਾਂ ਕਹਿੰਦੇ ਆ ਵੀ ਭਾਈ ਲਾਂਡਰਾਂ ਵਾਲਾ ਇਲਾਕਾ ਜਿਹੜਾ ਇਹ ਤਾਂ ਪੂਰਾ ਖੁਸ਼ਹਾਲ ਹੋ ਗਿਆ ਹੈ ਨਾ। ਪਰ ਆ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਨੇ, ਹਸਪੀਟਲ ਦਾ ਬਣਨਾ, ਸਕੂਲ ਦਾ ਚੰਗਾ ਹੋਣਾ, ਸਕੂਲ ਦਾ +2 ਤੱਕ ਹੋਣਾ, ਖੇਡ ਸਟੇਡੀਅਮ ਹੋਣਾ, ਜਿਹੜਾ ਕਿ ਮੁੱਢਲੀ ਜ਼ਰੂਰਤ ਹੈ। ਬੱਚਿਆਂ ਨੂੰ ਅਸੀਂ ਮੋਬਾਈਲ ਫੋਨਾਂ ਦੀਆਂ ਗੇਮਾਂ ਤੋਂ ਬਾਹਰ ਕੱਢ ਕੇ ਉਹਨਾਂ ਨੂੰ ਜ਼ਮੀਨ ਦੀਆਂ ਗੇਮਾਂ 'ਤੇ ਲੈ ਕੇ ਆਈਏ। ਇਹ ਚੀਜ਼ਾਂ ਹੋ ਕਿਉਂ ਨਹੀਂ ਪਾਉਂਦੀਆਂ ਜਾਂ ਹੋਈਆਂ ਕਿਉਂ ਨਹੀਂ ਹੁਣ ਤੱਕ? ਬਾਈ ਜੀ ਜਿੱਦਾਂ ਹੁਣ ਆਪਾਂ ਦੇਖ ਰਹੇ ਹਾਂ ਕਿ ਜੋ 3 ਕਾਲੇ ਕਾਨੂੰਨ ਨੇ ਜੀ, ਉਹਨਾਂ ਨੂੰ ਵੀ ਆਪਾਂ ਪਹਿਲਾਂ ਜ਼ਿਆਦਾ ਹਾਈਲਾਈਟ ਨਹੀਂ ਸੀਗੇ ਕਾਨੂੰਨ। ਪਿੰਡਾਂ ਦੇ ਵਿੱਚ ਕਈ ਬੱਚਿਆਂ ਨੂੰ, ਬਜ਼ੁਰਗਾਂ ਨੂੰ ਪਤਾ ਨਹੀਂ ਸੀਗਾ। ਜਦੋਂ ਸਾਡੇ ਆਗੂ ਪੰਜਾਬ ਦੇ ਵਿੱਚ ਬੈਠੇ ਸੀਗੇ, ਜਦੋਂ ਫਿਰ ਉਹਨਾਂ ਨੇ ਅੱਗੇ ਸਟੈਪ ਲਿਆ ਦਿੱਲੀ ਵੱਲ ਨੂੰ,
ਤਾਂ ਸਾਨੂੰ ਅਵੇਅਰਨੈਸ ਆਈ ਹੈ ਵੀ ਆਹ ਇੱਕ ਬਹੁਤ ਵੱਡੀ ਇੱਕ ਸਾਡੇ ਵਾਸਤੇ ਸਮੱਸਿਆ ਪੈਦਾ ਹੋ ਜਾਏਗੀ ਅੱਗੇ ਜਾ ਕੇ। ਫਿਰ ਆਹ ਪਿੰਡਾਂ ਦੇ ਵਿੱਚ ਸ਼ਹਿਰਾਂ ਤੱਕ ਪਹੁੰਚੀ ਹੈ ਜੀ। ਇਸੇ ਤਰ੍ਹਾਂ ਜਿੱਦਾਂ ਹੁਣ ਤੁਸੀਂ ਕਹਿ ਰਹੇ ਲਾਂਡਰਾ ਪਿੰਡ ਹੈ ਜੀ, ਲਾਂਡਰਾ ਪਿੰਡ ਇੰਨਾ ਮਸ਼ਹੂਰ ਹੈ ਜੀ ਸਾਰੇ ਏਰੀਏ ਦੇ ਵਿੱਚ, ਇੰਨੀ ਡਿਵੈਲਪਮੈਂਟ ਹੋਈ ਹੈ ਜੀ, ਇੱਥੇ ਸਭ ਕੁਝ ਹੈਗਾ। ਪਰ ਜਦੋਂ ਇੱਥੋਂ ਦੇ ਆਗੂ ਹੁੰਦੇ ਹੈ, ਕੋਈ ਵੀ ਲੀਡਰ ਹੈ ਜਾਂ ਆਗੂ ਹੈ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਕਿ ਉਹ ਜੋ ਸਾਡੇ ਪਰਿਵਾਰ ਨੇ, ਇੱਕ ਤਰ੍ਹਾਂ ਪਰਿਵਾਰ ਹੋ ਜਾਂਦੇ ਨੇ, ਠੀਕ ਹੈ ਜੀ, ਜੋ ਤੁਹਾਡੇ ਏਰੀਏ ਦੇ ਵਿੱਚ ਆਉਂਦਾ ਹੈਗਾ ਪਿੰਡ, ਉਹਨਾਂ ਦੀ ਇੱਕ ਜਿੱਦਾਂ ਹੁਣ ਪਿੰਡਾਂ ਦੇ ਆਗੂ ਨੇ, ਸਾਡੇ ਬਜ਼ੁਰਗ ਨੇ, ਉਹ ਉਹਨਾਂ ਦੇ ਕੋਲ ਸਮੱਸਿਆ ਲੈ ਕੇ ਜਾਣ ਤਾਂ ਉਹ ਉਹਨਾਂ ਦੇ ਉੱਪਰ ਵਿਚਾਰ ਕਰਨ ਜੀ। ਪਰ ਇਹ ਬੰਦੇ ਆਪਸ ਦੇ ਵਿੱਚ ਹੀ ਇੱਕ ਕੋਈ ਗੁੱਟਬਾਜੀ ਬਣਾ ਕੇ ਲਾ ਲਓ ਵੀ ਹਾਂ ਇੱਕ ਨੇ ਆਹ ਐਪਲੀਕੇਸ਼ਨ ਦੇ ਦੀ, ਦੂਜਾ ਉਹਨੂੰ ਰੋਕ ਲੂਗਾ, ਇੱਦਾਂ ਫਿਰ ਨੁਕਸਾਨ ਇਨਡਾਇਰੈਕਟਲੀ ਆਪਣਾ ਹੀ ਹੋ ਜਾਂਦਾ ਜੀ। ਇਸੇ ਕੰਮਾਂ ਦੇ ਵਿੱਚ ਸਾਡੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹਾਲੇ ਤੱਕ ਜੀ। ਬਈ ਇੱਕ ਮਤਲਬ ਯੂਥ ਦਾ ਕੀ ਰੋਲ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਅੱਜ ਵੀ, ਕਿਉਂਕਿ ਤੁਸੀਂ ਵੀ ਨੌਜਵਾਨੀ ਨੂੰ ਰਿਪਰੈਜ਼ੈਂਟ ਕਰਦੇ ਹੋ, ਪੰਜਾਬ ਨੂੰ ਡਿਵੈਲਪ ਕਰਨ ਦੇ ਵਿੱਚ ਜਾਂ ਸਾਡੇ ਪਿੰਡਾਂ ਨੂੰ ਡਿਵੈਲਪ ਕਰਨ ਦੇ ਵਿੱਚ, ਸਾਡੇ ਸ਼ਹਿਰਾਂ ਨੂੰ ਡਿਵੈਲਪ ਕਰਨ ਦੇ ਵਿੱਚ ਨੌਜਵਾਨੀ ਕੀ ਰੋਲ ਅਦਾ ਕਰ ਸਕਦੀ ਹੈ? ਬਾਈ ਜੀ ਨੌਜਵਾਨੀ ਹੁਣ ਜਿੱਦਾਂ ਤੁਸੀਂ ਦੇਖ ਹੀ ਰਹੇ ਹੋ, ਤੇ ਅੱਜ ਜਿੱਦਾਂ ਮੋਦੀ ਸਾਹਿਬ ਦਾ ਜਨਮ ਦਿਨ ਮਨਾ ਰਹੇ ਸੀ, ਉਹਨਾਂ ਨੂੰ ਵੀ ਰੋਕਣੇ ਦੇ ਵਿੱਚ ਸਾਡੇ ਨੌਜਵਾਨ ਅੱਗੇ ਨੇ ਜੀ, ਠੀਕ ਹੈ। ਉਹਨਾਂ ਦੇ ਤਾਂ ਇੱਕ ਤਰ੍ਹਾਂ ਆਰਤੀ ਕੀਤੀ ਜਾ ਰਹੀ ਹੈ, ਇੱਕਦਮ ਭਗਵਾਨ ਨੇ ਮੰਨ ਲਿਆ ਉਹਨਾਂ ਨੂੰ। ਇਹ ਕੋਈ ਬਹੁਤੀਆਂ ਵਧੀਆ ਗੱਲਾਂ ਨਹੀਂ ਹੈਗੀਆਂ ਜੀ ਆਪਣੇ ਦੇਸ਼ ਵਾਸਤੇ, ਕਿਉਂਕਿ ਆਪਾਂ 21ਵੀਂ ਸਦੀ ਦੇ ਵਿੱਚ ਰਹਿ ਰਹੇ ਹਾਂ ਕਿ ਇੱਕ ਬੰਦੇ ਦੀ ਆਪਾਂ ਪੂਜਾ ਕਰੀਏ, ਕੋਈ ਆਪਣਾ ਪਰਮਾਨੈਂਟ ਨਹੀਂ ਹੈ ਉਹ ਤਾਂ ਇੱਕ ਟੈਂਪਰੇਰੀ ਹੈਗਾ ਵੀ ਹਾਂ 24 ਤੋਂ ਬਾਅਦ ਉਹ ਨਹੀਂ ਰਹਿਣਾ, ਮੋਸਟਲੀ ਰਹਿਣਾ ਹੀ ਨਹੀਂ ਹੈ ਉਹਨਾਂ ਨੇ ਜਿੱਦਾਂ ਦੇ ਕੰਮ ਕਰ ਰਹੇ ਨੇ। ਪਰ ਜਿੱਦਾਂ ਹੁਣ ਆਪਣੇ ਯੂਥ ਹੈਗਾ, ਕਈ ਮੁੰਡੇ ਸੀਗੇ, ਮੈਂ ਆਪਣੇ ਉੱਪਰ ਲਾ ਕੇ ਚੱਲਦਾ ਗੱਲ, ਅਸੀਂ ਕਦੇ ਕੋਈ ਮਾਈਕ 'ਤੇ ਨਹੀਂ ਬੋਲੇ ਸੀ, ਕਦੇ ਕੁਛ ਨਹੀਂ ਬੋਲੇ ਸੀ, ਕਦੇ ਲੀਡਰਾਂ ਦੇ ਖਿਲਾਫ ਨਹੀਂ ਬੋਲੇ ਸੀਗੇ। ਸਾਨੂੰ ਹੁੰਦਾ ਸੀ ਵੀ ਛੱਡ ਪਰੇ ਯਾਰ ਕੀ ਗੱਲ ਹੈ, ਠੀਕ ਹੈ, ਸਾਰਿਆਂ ਦਾ ਇੱਦਾਂ ਹੀ ਸੀਗਾ ਜੀ। ਪਰ ਜਿੱਦਾਂ ਆਹ ਕਾਲੇ ਕਾਨੂੰਨ ਨੇ ਸਾਡੇ ਉੱਪਰ ਥੋਪੇ ਜਾ ਰਹੇ ਨੇ, ਜਾਂ ਹੋਰ ਵੀ ਬਹੁਤ ਗੱਲਾਂ ਇਹਦੇ ਵਿੱਚ ਨਿਕਲ ਕੇ ਆਈਆਂ ਨੇ ਜੀ ਅੱਗੇ, ਜਿਹੜੀਆਂ ਸਾਨੂੰ ਨਹੀਂ ਪਤਾ ਸੀਗੀਆਂ। ਤੇ ਹੁਣ ਸਾਰੇ ਹੀ ਯੂਥ ਸੜਕਾਂ 'ਤੇ ਆ ਜਾਂਦਾ ਜਦੋਂ ਉਹਨਾਂ ਨੂੰ ਲੱਗਦਾ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈਗਾ। ਇਸ ਕਰਕੇ ਇਹਨਾਂ ਕਾਨੂੰਨਾਂ ਦਾ ਸਾਨੂੰ ਨੁਕਸਾਨ ਤਾਂ ਬਹੁਤ ਹੋ ਰਿਹਾ ਹੈਗਾ ਕਿ ਸਾਡੇ ਫਾਈਨੈਂਸ਼ੀਅਲੀ ਵੀ ਅਸੀਂ ਬਹੁਤ ਪਿੱਛੇ ਆ ਰਹੇ ਹਾਂ। ਪਰ ਇੱਕ ਤਰ੍ਹਾਂ ਅਸੀਂ ਲਾਓ ਵੀ ਥੋੜ੍ਹੇ ਸਮੇਂ ਬਾਅਦ ਅਸੀਂ ਬਹੁਤ ਜ਼ਿਆਦਾ ਇੱਕਦਮ ਉੱਭਰ ਕੇ ਆਉਣਾ ਜੀ ਅੱਗੇ। ਸਾਡੇ ਵਿੱਚੋਂ ਬਹੁਤ ਲੀਡਰ ਵੀ ਬਣਨੇ ਆ ਮੁੰਡੇ, ਬਹੁਤ ਜ਼ਿਆਦਾ, ਕਿਉਂਕਿ ਲੀਡਰ ਸਾਡੇ ਕਿਸਾਨਾਂ ਦੇ ਵਿੱਚੋਂ ਹੀ ਬਣਨੇ ਚਾਹੀਦੇ ਆ। ਜਦੋਂ ਛਿੱਤਰ ਖਾਈਏ ਤਾਂ ਸਾਡੇ ਕਿਸਾਨ ਅੱਗੇ ਹੋਣ, ਜਦੋਂ ਬੈਨੀਫਿਟ ਲੈਣਾ ਤਾਂ ਹਾਂ ਲੀਡਰ ਅੱਗੇ ਹੋਣ ਜੀ। ਹੁਣ ਇੱਥੇ ਅੱਜ ਅਕਾਲੀ ਦਲ ਗਿਆ ਸੀਗਾ, ਦਿੱਲੀ ਦੇ ਵਿੱਚ ਗਿਆ ਹੋਇਆ ਜੀ, ਉਹਨਾਂ ਦੇ ਯੂਥ ਮੁੰਡੇ ਹੁਣ ਮੂਹਰੇ ਲਾਏ ਹੋਏ ਨੇ ਜੀ ਉਹਨਾਂ ਨੇ ਵੀ ਹਾਂ SOI ਲਾ ਲਓ ਜਾਂ ਕੋਈ ਵੀ ਪਾਰਟੀ ਲਾ ਲਓ ਜੀ। ਜਦੋਂ ਸਾਡੇ ਕਿਸਾਨ ਆਗੂ ਉੱਥੇ ਬੈਠੇ ਨੇ ਜੀ, ਸ਼ਾਂਤਮਈ ਬੈਠੇ ਨੇ, ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਜੀ ਦਿੱਲੀ ਦੇ ਵਿੱਚ ਇੱਕ ਤਰ੍ਹਾਂ ਦੇਖੋ ਪਰਮਿਸ਼ਨ ਹੈਗੀ ਇਸ ਟਾਈਮ ਜੋ ਸਾਡੇ ਆਗੂ ਨੇ, ਅਸੀਂ ਉਹਨਾਂ ਦੀ ਆਗਿਆਂ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕਰਦੇ ਜੀ। ਅਸੀਂ ਇੰਨੀ ਦੂਰ ਬੈਠੇ ਹਾਂ, ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਅਸੀਂ ਕਿਤੇ ਵੀ ਕੋਈ ਪ੍ਰੋਟੈਸਟ ਨਹੀਂ ਕਰਦੇ, ਕਿਤੇ ਵੀ ਕੁਛ ਨਹੀਂ ਕਰਦੇ। ਪਰ ਉਹਨਾਂ ਨੂੰ ਤੁਸੀਂ ਪੁੱਛੋ ਅਕਾਲੀ ਦਲ ਨੂੰ ਜਾਂ ਕੋਈ ਹੋਰ ਪਾਰਟੀ ਨੂੰ ਵੀ ਤੁਸੀਂ ਉਹਨਾਂ ਦੀ ਪਰਮਿਸ਼ਨ ਨਾਲ ਤੁਸੀਂ ਚੱਲ ਰਹੇ ਆ, ਨਾਲੇ ਤਾਂ ਉਹ ਕਹਿੰਦੇ ਵੀ ਅਸੀਂ ਤੁਹਾਡੇ ਕਿਸਾਨਾਂ ਦੇ ਆਗੂਆਂ ਦੇ ਨਾਲ ਹੈ ਜੀ। ਪਰ ਫਿਰ ਵੀ ਆਹ ਚੀਜ਼ ਤੁਸੀਂ ਦੇਖੋ ਜੀ, ਇਸ ਚੀਜ਼ ਦਾ ਤੁਹਾਡਾ ਇਫੈਕਟ ਕੀ ਹੈਗਾ, ਵੀ ਸਹੀ ਇਫੈਕਟ ਹੈ ਜਾਂ ਗਲਤ ਇਫੈਕਟ ਹੈਗਾ। ਜਦੋਂ ਸਾਡੇ ਕਰਨਾਲ ਦੇ ਵਿੱਚ ਸਾਡੇ ਵੀਰ ਬੈਠੇ ਸੀਗੇ, ਸ਼ਾਂਤਮਈ ਬੈਠੇ ਸੀਗੇ, ਮੈਂ ਆਹੀ ਚੀਜ਼ ਦੇਖ ਰਿਹਾ ਸੀ ਵੀਰੇ ਸਵੇਰੇ, ਤੇ ਜਦੋਂ ਦਾ ਸਾਡੇ ਵੀਰ ਉੱਥੇ ਸ਼ਾਂਤਮਈ ਬੈਠੇ ਨੇ ਉਸ ਟਾਈਮ ਉਹਨਾਂ ਦੇ ਉੱਪਰ ਲਾਠੀ ਚਾਰਜ ਹੋ ਰਿਹਾ ਹੈਗਾ। ਇਹ ਬੰਦੇ ਉੱਥੇ ਬੈਰੀਗੇਡ ਤੋੜ ਰਹੇ ਆ, ਬੈਰੀਗੇਡ ਤੋੜੇ ਆ ਜੀ ਅੱਜ ਸਵੇਰੇ ਬੈਰੀਗੇਡ ਠੀਕ ਹੈ ਜੀ, ਬੈਰੀਗੇਡ ਤੋੜੇ ਨੇ, ਉਹਨਾਂ ਦੇ ਉੱਪਰ ਨਾ ਤਾਂ ਕੋਈ ਲਾਠੀ ਚਾਰਜ ਹੋ ਰਿਹਾ, ਨਾ ਕੋਈ ਉਹਨਾਂ ਦੇ ਉੱਪਰ ਪਾਣੀ ਗੇਰ ਰਿਹਾ। ਇਸ ਚੀਜ਼ ਦਾ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੈ। ਇਹ ਸਵਾਲ ਗੱਲਾਂ 'ਚ ਵੱਡਾ ਨਿਕਲਿਆ ਹੈ ਕਿ ਕਰਨਾਲ ਦੇ ਵਿੱਚ ਲਾਠੀ ਚਾਰਜ ਹੋ ਜਾਂਦਾ, ਔਰ ਅੱਜ ਸਵੇਰੇ ਸਾਨੂੰ ਉਹ ਤਸਵੀਰਾਂ ਨਜ਼ਰ ਆਈਆਂ, ਮੀਡੀਆ ਨੇ ਰਿਪੋਰਟ ਕੀਤੀਆਂ ਕਿ ਅਕਾਲੀ ਦਲ ਦੇ ਵਰਕਰ ਜਦੋਂ ਦਿੱਲੀ ਦੇ ਵਿੱਚ ਐਂਟਰ ਹੋ ਰਹੇ ਨੇ, ਉਸ ਤੋਂ ਪਹਿਲਾਂ ਬੈਰੀਗੇਟਿੰਗ ਤੋੜੀ ਜਾ ਰਹੀ ਹੈ, ਪੁਲਿਸ ਉੱਤੇ ਖੜੀ ਹੈ, ਤਾਂ ਉਸ ਟੁੱਟ ਰਹੀ ਬੈਰੀਗੇਟਿੰਗ ਦੇ ਬਦਲੇ ਮਤਲਬ ਬੜੇ ਆਰਾਮ ਦੇ ਨਾਲ ਬੈਰੀਗੇਟਿੰਗ ਤੋੜ ਕੇ ਉਹ ਅੱਗੇ ਨਿਕਲਦੇ ਆ। ਹਾਲਾਂਕਿ ਪੁਲਿਸ ਦਾ ਜਿਹੜਾ 3 ਲੇਅਰ ਦੀ ਜਿਹੜੀ ਪ੍ਰੋਟੈਕਸ਼ਨ, 3 ਲੇਅਰ ਦਾ ਜਿਹੜਾ ਘੇਰਾ ਉੱਥੇ ਬਕਾਇਦਾ ਬਣਿਆ ਹੁੰਦਾ। ਚਰਚਾ ਨੂੰ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਗੱਲਬਾਤ ਗੰਭੀਰ ਦਿਸ਼ਾ ਵੱਲ ਜਾ ਰਹੀ ਹੈ। ਵਿਜ਼ਨ ਪੰਚਾਇਤ ਇਸੇ ਤਰੀਕੇ ਨਾਲ ਗੰਭੀਰ ਮਸਲੇ ਔਰ ਗੰਭੀਰ ਗੱਲਾਂ ਤੁਹਾਡੇ ਤੱਕ ਲੈ ਕੇ ਆਉਂਦੀ ਰਹੇਗੀ। ਅੱਗੇ ਸਿਲਸਿਲਾ ਫਿਰ ਜੋੜਦੇ ਹਾਂ, ਫਿਲਹਾਲ ਵਕਤ ਇੱਕ ਛੋਟੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ।
ਬ੍ਰੇਕ ਤੋਂ ਬਾਅਦ ਮੁੜ ਸਵਾਗਤ ਹੈ ਵਿਜ਼ਨ ਪੰਚਾਇਤ ਪਿੰਡ ਲਾਂਡਰਾਂ ਦੇ ਵਿੱਚ। ਕਈ ਸਾਰੀਆਂ ਜਿਹੜੀਆਂ ਘਟਨਾਵਾਂ ਦੇ ਜ਼ਿਕਰ ਜਦੋਂ ਹੋ ਰਹੇ ਹੈ, ਜਦੋਂ ਆਪਾਂ ਕਿਸਾਨ ਮੋਰਚੇ ਤੇ ਆਉਂਦੇ ਹਾਂ, ਕਿਸਾਨ ਮੋਰਚੇ ਨੇ ਸਾਰੇ ਪੰਜਾਬ ਨੂੰ ਹਲੂਣਾ ਦਿੱਤਾ। ਹੁਣ ਤਾਂ ਪੰਜਾਬ ਛੱਡੋ, ਲਗਭਗ ਸਾਰਾ ਭਾਰਤ, ਉਹ ਸੂਬੇ ਵੀ ਸਾਡੇ ਨਾਲ ਆ ਗਏ ਜਿਹੜੇ ਸੂਬੇ ਆਰਥਿਕ ਤੌਰ ਤੇ ਪਛੜੇ ਹੋਏ ਨੇ, ਜਿੱਥੋਂ ਬਹੁਤੇ ਕਿਸਾਨ ਨਿਕਲ ਕੇ ਦਿੱਲੀ ਨਹੀਂ ਪਹੁੰਚ ਸਕਦੇ, ਪਰ ਉਹ ਆਪਣੇ ਆਪਣੇ ਸੂਬਿਆਂ ਦੇ ਵਿੱਚ ਬੈਠ ਕੇ ਵਿਰੋਧ ਹੈ ਜਿਹੜਾ ਉਹ ਕਰ ਰਹੇ ਨੇ ਤਿੰਨੇ ਕਾਨੂੰਨਾਂ ਦਾ ਜਾਂ ਕੇਂਦਰੀ ਕਾਨੂੰਨਾਂ ਦਾ। ਪਰ ਜਦੋਂ ਰਾਜਨੀਤਿਕ ਰੈਲੀਆਂ ਹੁੰਦੀਆਂ ਨੇ, ਉਦੋਂ ਪਿੰਡਾਂ ਦੇ ਵਿੱਚ ਵੀ ਰਾਜਨੀਤਿਕ ਧਿਰਾਂ ਦੀਆਂ ਬੱਸਾਂ ਲੱਗਦੀਆਂ ਨੇ, ਤਾਂ ਉਹਨਾਂ ਬੱਸਾਂ ਦੇ ਵਿੱਚ ਲੋਕ ਜਾਂਦੇ ਆ, ਰਾਜਨੀਤਿਕ ਰੈਲੀਆਂ 'ਚ ਵੀ ਇਕੱਠ ਹੁੰਦੇ ਨੇ। ਫਿਰ ਉਹ ਲੋਕ ਕਿੱਥੋਂ ਨਿਕਲਦੇ ਨੇ? ਉਹ ਲੋਕ ਨੇ ਜਿਹੜੇ ਉਹ ਸਾਡੇ ਵਿੱਚੋਂ ਹੀ ਨਿਕਲਦੇ ਨੇ। ਲੋਕ ਦੋਵਾਂ ਪਾਸੇ ਚੱਲਦੇ ਨੇ ਅੱਜ ਕੱਲ੍ਹ। ਕਹਿੰਦੇ ਵੀ ਆਰੀ ਦੇ ਦੰਦੇ ਇੱਕ ਪਾਸੇ ਹੁੰਦੇ ਨੇ, ਪਰ ਇਹ ਦੋਵਾਂ ਪਾਸੇ ਵਾਲੇ ਕੰਮ ਹੈ। ਕਿਉਂਕਿ ਲੋਕ ਉਧਰ ਤਾਂ ਦਿੱਲੀ ਜਾ ਕੇ ਬੈਠਦੇ ਨੇ, ਕਿਸਾਨੀ ਦੇ ਝੰਡੇ ਆਪਣੀਆਂ ਗੱਡੀਆਂ ਤੇ ਲਾਈ ਬੈਠੇ ਨੇ, ਆਪਣੇ ਘਰਾਂ ਪਰ ਲਾਈ ਬੈਠੇ ਨੇ। ਉਧਰ ਜਦੋਂ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੂੰ ਕਹਿੰਦਾ ਹੈ ਵੀ ਤੁਸੀਂ ਪੋਲੀਟੀਕਲ ਲੋਕਾਂ ਨਾਲ ਨਹੀਂ ਜਾਣਾ। ਜਦੋਂ 22 ਦੇ ਵੋਟਾਂ ਪੈਣਗੀਆਂ, ਜਦੋਂ ਆਪਣਾ ਆਹ ਕੀ ਕਹਿੰਦੇ ਇਹਨੂੰ, ਉਹ ਚੋਣ ਜ਼ਾਬਤਾ ਲਾਗੂ ਹੋ ਜਾਊਗਾ, ਉਹ ਤੋਂ ਬਾਅਦ ਤੁਸੀਂ ਪੋਲੀਟੀਕਲ ਪਾਰਟੀਆਂ ਨਾਲ ਰਲ ਜਾਓ, ਇੱਧਰੋਂ ਫੈਸਲਾ ਹੋ ਜੂ। ਜੇ ਨਹੀਂ ਫੈਸਲਾ ਹੁੰਦਾ ਇੱਥੇ ਬੈਠੇ ਹੋ। ਪਰ ਉਹ ਲੋਕ ਅੱਜ ਉੱਧਰੋਂ ਛੱਡ ਕੇ, ਦਿੱਲੀ ਨੂੰ ਛੱਡ ਕੇ ਇੱਧਰ ਆ ਕੇ ਪੋਲੀਟੀਕਲ ਪਾਰਟੀਆਂ ਦੇ ਪਿੱਛੇ ਫਿਰਨ ਲੱਗ ਗਏ। ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਸਾਡੇ ਵਾਸਤੇ ਕੋਈ ਚੰਗੀ ਨਹੀਂ, ਕਿਉਂਕਿ ਮੇਰੀ 65 ਸਾਲ ਦੀ ਉਮਰ ਹੈ। ਮੈਂ ਦੇਖਿਆ ਲੋਕਾਂ ਦਾ, ਲੋਕ ਹਰ ਇੱਕ ਕਹਿੰਦੇ ਨੇ, ਮੈਂ ਬਹੁਤ, ਚਲੋ ਇਹਨਾਂ 'ਚ ਜਿੰਨਾ ਕੁ ਜ਼ਿਆਦਾ ਮੈਨੂੰ ਨੌਲੇਜ ਹੈ, ਲੋਕ ਕਹਿੰਦੇ ਨੇ ਵੀ ਫਲਾਣੇ ਬੰਦੇ ਨੇ ਬਹੁਤ ਕੰਮ ਕੀਤਾ, ਫਲਾਣੇ ਬੰਦੇ ਨੇ ਬਹੁਤ ਕੰਮ ਕੀਤਾ, ਫਲਾਣੇ ਬੰਦੇ ਨੇ ਬਹੁਤ ਕੰਮ। ਸਿਰਫ ਸਾਡੀਆਂ ਗਲੀਆਂ ਪੱਕੀਆਂ ਬਣਾਉਣ ਤੱਕ ਹੀ ਸੀਮਿਤ ਨੇ। ਜਿੱਡਾ ਸਾਡੇ ਤੇ ਟੈਕਸ ਲੱਗਿਆ ਵਾ, ਅੱਜ ਸਾਡੇ ਤੇ ਸੈਂਟਰ ਸਰਕਾਰ ਹੈ, ਭਾਵੇਂ ਸਾਡੀ ਸਟੇਟ ਸਰਕਾਰ ਹੈ, ਕੋਈ ਵੀ ਹੋਵੇ, ਇਹ ਨਹੀਂ, ਮੈਂ ਇਹ ਨਹੀਂ ਕਹਿੰਦਾ ਕਿਸੇ ਨੂੰ ਵੀ ਕੋਈ ਵੀ ਸਰਕਾਰ ਆ ਜਾਏ, ਜਿਹੜਾ ਸਾਡੇ ਤੇ ਟੈਕਸ ਲੱਗਿਆ ਵਾ, ਸਾਡਾ ਟੈਕਸ ਖਤਮ ਕਰ ਦੇਣ। ਸਾਡੇ ਤੇ 10% ਟੈਕਸ ਰੱਖਣ, ਬਾਕੀ ਸਾਡਾ ਟੈਕਸ, ਸਾਡੇ 70% ਟੈਕਸ ਲੱਗਦਾ, ਅਤੇ ਸਾਡਾ ਟੈਕਸ ਖਤਮ ਕਰ ਦੇਣ। ਅਸੀਂ ਗਲੀਆਂ ਨਾਲੀਆਂ ਸਾਡੀਆਂ ਆਪਣੇ ਆਪ ਬਣ ਜਾਣਗੀਆਂ। ਜਦੋਂ ਸਾਡੇ 'ਚ ਅਮੀਰਤਾ ਆ ਗਈ, ਅਸੀਂ ਪਿੰਡਾਂ 'ਚ ਆਪਣੇ, ਸਾਡੀਆਂ ਮੈਜੋਰਟੀਆਂ ਬਣ ਗਈਆਂ, ਅਸੀਂ ਸਾਡੀਆਂ ਪੰਚਾਇਤਾਂ ਪਿੰਡਾਂ 'ਚ ਪੈਸੇ ਇਕੱਠੇ ਕਰਨ, ਬਣਾ ਲੈਣ, ਆਪਣਾ ਵਿਕਾਸ ਆਪ ਕਰਾਂਗੇ, ਆਪ ਕਰ ਲਾਂਗੇ। ਇੱਕ ਗਰੀਬ ਆਦਮੀ ਹੈ, ਇੱਕ ਗਰੀਬ ਆਦਮੀ ਨੇ ਜਿਹਨੇ 300 ਰੁਪਇਆ ਰੋਜ਼ ਦਾ ਕਮਾਉਣਾ, ਉਹਦੇ 2 ਬੱਚੇ ਨੇ, 2 ਮੀਆਂ ਬੀਬੀ ਆਪ ਨੇ, ਅਤੇ ਬਾਕੀ ਉਹਨਾਂ ਦੇ ਫਿਰ ਉਹਨਾਂ ਨੇ ਕਿਰਾਇਆ ਵੀ ਦੇਣਾ। ਬਿਜਲੀ ਕਿੰਨੀ ਮਹਿੰਗੀ ਹੋ ਗਈ, ਫਿਰ ਤੁਸੀਂ ਪੈਟਰੋਲ ਕਿੰਨਾ ਮਹਿੰਗਾ ਹੋ ਗਿਆ। ਮੇਨ ਜਿਹੜੀ ਅੱਜ ਪੈਟਰੋਲ ਨੂੰ ਵੀ ਤੁਸੀਂ ਛੱਡੋ, ਪੈਟਰੋਲ ਵੀ ਚਲੋ ਗੱਡੀ ਅਗਲਾ ਜਾਂ ਮੋਟਰਸਾਈਕਲ ਨਹੀਂ ਲੈਂਦਾ, ਪਰ ਅਗਲੇ ਕੋਲ ਗੈਸ ਹੈ। ਲੱਕੜੀ ਕਿਤੇ ਬਾਹਰ ਰਹੀ ਨਹੀਂ ਵੀ ਅਗਲਾ, ਅੱਗੇ ਤਾਂ ਹੁੰਦੇ ਸੀ ਵੀ ਲੱਕੜੀ ਤੋੜ ਕੇ ਲੈ ਜਾਂ ਕਿਤੇ ਗੋਹੇ ਦੇ ਪਾਥੀਆਂ ਪੱਥ ਲੀਆਂ, ਪਰ ਅੱਜ ਤਾਂ ਉਹ ਸਿਸਟਮ ਨਹੀਂ ਰਿਹਾ। ਹੁਣ ਇੱਕ ਜਿਹੜਾ ਸਿਲੰਡਰ ਹੈ, ਸਿਲੰਡਰ 900 ਰੁਪਏ ਦਾ ਸਿਲੰਡਰ ਹੋ ਗਿਆ। ਇੱਕ ਗਰੀਬ ਆਦਮੀ ਕੋਲ ਤੁਸੀਂ ਹਿਸਾਬ ਲਾਓ ਵੀ 9000 ਰੁਪਇਆ ਮਹੀਨੇ ਦਾ ਕਮਾਉਂਦਾ ਹੈ, ਜਿਹਦੇ 3000 ਰੁਪਏ ਉਹਦਾ ਕਿਰਾਇਆ ਜਾਂਦਾ ਹੈ, ਫਿਰ 900 ਰੁਪਏ ਦੇ ਇੱਕ ਸਿਲੰਡਰ 1000 ਰੁਪਏ ਦਾ ਗਿਆ। ਉਹ ਬੱਚੇ ਨੂੰ ਕਿੱਥੋਂ ਪ੍ਰਫੁੱਲਿਤ ਕਰੂਗਾ? ਕਿੱਥੇ ਬੱਚੇ ਨੂੰ ਪੜ੍ਹਾਊਗਾ? ਉਹ ਬੱਚੇ ਨੂੰ ਕਿੱਥੇ ਉਹਦਾ ਇਲਾਜ ਕਰਾਊਗਾ? ਅੱਜ ਸਾਡੇ ਦੇਸ਼ 'ਚ ਸਾਡੇ ਲੋਕ ਜਿਹੜੇ ਨੇ, ਬਹੁਤ ਗਰੀਬੀ ਹੈ, ਇੰਨੀ ਗਰੀਬੀ ਹੈ, ਤੁਸੀਂ ਬਾਹਰਲੇ ਸਟੇਟਾਂ 'ਚ ਜਾ ਕੇ ਦੇਖੋ। ਮੈਂ ਘੁੰਮ ਕੇ ਦੇਖਿਆ ਬਾਹਰਲੇ ਸਟੇਟਾਂ 'ਚ, ਲੋਕ ਭੁੱਖੇ ਮਰਦੇ ਨੇ, 3 ਟਾਈਮ ਦੀ ਰੋਟੀ ਨਹੀਂ ਲੋਕਾਂ ਨੂੰ ਮਿਲਦੀ, ਲੋਕ ਬਿਨਾਂ ਇਲਾਜ ਤੋਂ ਮਰ ਜਾਂਦੇ, ਬੱਚੇ ਮਰ ਜਾਂਦੇ, ਜਿਹੜੇ ਨੇ ਕਿ ਅੱਜ ਵਧਣਾ ਹੁੰਦਾ। ਇੱਕ ਬੱਚਾ ਅੱਜ ਪੈਦਾ ਹੁੰਦਾ, ਉਹਨੇ ਪਤਾ ਨਹੀਂ ਕੀ ਬਣਨਾ, ਸਾਨੂੰ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੁੰਦੀ, ਪਰ ਉਹ ਬਿਨਾਂ ਇਲਾਜ ਤੋਂ ਮਰ ਜਾਂਦਾ, ਉਹ ਭੁੱਖਮਰੀ ਨਾਲ ਮਰ ਜਾਂਦਾ, ਕਿਸੇ ਖੁਰਾਕ ਨਹੀਂ ਉਹਨੂੰ ਮਿਲਦੀ, ਸਰੀਰਕ ਤੌਰ 'ਤੇ ਕਮਜ਼ੋਰ ਰਹਿ ਜਾਂਦਾ, ਮੈਂਟਲੀ ਕਮਜ਼ੋਰ ਹੋ ਜਾਂਦਾ। ਇਹ ਸਾਡੀਆਂ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਕਿ ਸਾਡੇ ਦੇਸ਼ 'ਚ ਜਿਹੜੇ ਕਰਨ ਵਧੀਆ ਕੰਮ ਕਰਨ, ਵਧੀਆ ਕੰਮ ਕਰਕੇ ਅਸੀਂ ਵੀ ਉਹਨਾਂ ਦਾ ਸਤਿਕਾਰ ਕਰੀਏ। ਪਰ ਅੱਜ ਸਰਕਾਰਾਂ ਨਹੀਂ ਹੈ, ਸਤਿਕਾਰਯੋਗੀਆਂ ਨਹੀਂ ਹੈਗੇ ਸਰਕਾਰਾਂ, ਕੋਈ ਵੀ ਸਰਕਾਰ ਸਤਿਕਾਰਯੋਗ ਨਹੀਂ ਹੈ। ਲੋਕਾਂ ਨੂੰ ਮਤਲਬ ਲੁੱਟਿਆ ਤੇ ਕੁੱਟਿਆ ਹੀ ਹੈ। ਤੁਹਾਡੇ ਇਲਾਕੇ ਨੇ ਪੰਜਾਬ ਨੂੰ ਬੜੇ ਸਿਆਸਤਦਾਨ ਦਿੱਤੇ ਹੈ, ਹੁਣ ਵੀ ਤੁਹਾਡੇ ਜਿਹੜੇ ਇਲਾਕੇ ਦੇ MLA ਉਹ ਪੰਜਾਬ ਦੇ ਮੰਤਰੀ ਵੀ ਨੇ, ਇਦੋਂ ਪਹਿਲਾਂ ਵੀ, ਚਾਹੇ ਘੜੂਏ ਹੋਰਾਂ ਦੀ ਗੱਲ ਕਰੀਏ, ਚਾਹੇ ਵੀਰ ਦਵਿੰਦਰ ਹੋਰਾਂ ਦੀ ਗੱਲ ਕਰੀਏ, ਤੁਹਾਡੇ ਇਲਾਕੇ ਦੇ ਵਿੱਚ ਪੰਜਾਬ ਕੈਬਨਿਟ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਮੰਤਰੀ ਜਾਂ ਕੋਈ ਨਾ ਕੋਈ ਚੰਗੇ ਅਹੁਦੇ ਦਾ ਜਿਹੜਾ ਸਿਆਸਤਦਾਨ ਆ ਉਹ ਬਣਦਾ ਰਿਹਾ। ਪਰ ਪਿੰਡ ਦੀ ਬੇਰੁਖੀ ਕਿਉਂ ਹੁੰਦੀ ਰਹੀ ਹੈ, ਇਲਾਕੇ ਦੀ ਬੇਰੁਖੀ ਕਿਉਂ ਹੁੰਦੀ ਰਹੀ ਹੁਣ ਤੱਕ? ਇੱਕ ਤਾਂ ਜੀ ਲੋਕ ਮਤਲਬ ਉਹਨਾਂ ਦੇ ਪਿੱਛੇ ਫਿਰਦੇ ਸੀ, ਕਦੇ ਕਿਸੇ ਨੇ ਸਵਾਲ ਨਹੀਂ ਕੀਤਾ। ਸਵਾਲ ਨਹੀਂ ਕੀਤਾ ਜੀ, ਮਤਲਬ ਆਪਣਾ ਦੁੱਧ ਦੇ ਕੇ ਉਹਨਾਂ ਤੋਂ ਲੱਸੀ ਵੀ ਨਹੀਂ ਲੈ ਸਕੇ ਆਪਾਂ। ਆ ਮਹੱਤਵਪੂਰਨ ਗੱਲ ਹੈ ਜੀ, ਨੋਟ ਕਰਨ ਵਾਲੀ ਗੱਲ ਹੈ। ਆਪਣਾ ਦੁੱਧ ਦੇ ਕੇ ਉਹਨਾਂ ਤੋਂ ਲੱਸੀ ਵੀ ਨਹੀਂ ਲੈ ਸਕੇ, ਮਤਲਬ ਜੀ ਹਜ਼ੂਰੀ ਕਰਦੇ ਰਹੇ, ਪਾਣੀ ਭਰਦਾ ਰਹੇ। ਉਹਨਾਂ ਦਾ ਕੋਈ ਮਤਲਬ ਆਪਣੇ ਵਿਕਾਸ ਵਾਸਤੇ, ਪਿੰਡ ਦੇ ਵਿਕਾਸ ਵਾਸਤੇ, ਇਲਾਕੇ ਦੇ ਵਾਸਤੇ ਕੁਝ ਨਹੀਂ ਮੰਗਿਆ ਸੀ ਉਹਨਾਂ ਤੋਂ। ਬਹੁਤ ਭੇਡਾਂ ਸਮਝ ਕੇ ਆਪਾਂ ਕਰਦੇ ਰਹੇ, ਹੱਕਦੇ ਰਹੇ, ਮੁੰਨਦੇ ਰਹੇ। ਮਤਲਬ ਇਹਦਾ ਮਤਲਬ ਕਸੂਰ ਤਾਂ ਫਿਰ ਉਹਨਾਂ ਆਪਣਾ ਹੈ, ਲੋਕਾਂ ਦਾ ਕਸੂਰ ਹੈਗਾ, ਲੀਡਰਾਂ ਦਾ ਨਹੀਂ ਹੈ। ਆਪਾਂ ਨੇ ਉਹਨਾਂ ਨੂੰ ਪੁੱਛਿਆ ਹੀ ਨਹੀਂ ਕਦੇ। ਅੱਛਾ, ਤੁਹਾਡੀ ਇੱਕ ਸਮੱਸਿਆ ਜਿਹੜੀ ਬਹੁਤ ਵੱਡੀ ਆ, ਜਿਹੜੇ ਰੋਡ ਦੇ ਉੱਤੇ ਤੁਹਾਡੇ ਜਾਮ ਲੱਗਦੇ, ਇਹ ਬਹੁਤ ਵੱਡੀ ਸਮੱਸਿਆ ਹੈ।
ਇਹਦਾ ਹੱਲ ਕੀ ਹੈ, ਇਹਦਾ ਨਿਪਟਾਰਾ ਕੀ ਹੈ, ਪਿੰਡ ਵਾਸਤੇ ਕੀ ਚਾਹੁੰਦੇ ਹੋਣਗੇ? ਇਹ ਦਰਅਸਲ ਨਾ ਜਿਹੜੀ ਰੋਡ ਪਹਿਲਾਂ ਨਿਕਲੀ ਸੀ ਇਹ ਕਿਸਾਨਾਂ ਦੇ ਖੇਤਾਂ 'ਚੋਂ ਬਿਨਾਂ ਮੁਆਵਜ਼ਾ ਦਿੱਤੇ ਨਿਕਲੀ ਹੋਈ ਹੈ। ਅੱਛਾ, ਇਹ ਵੀ ਰੌਲਾ ਪਿਆ ਹੋਇਆ ਇਹ ਰੌਲਾ ਪਿਆ ਹੋਇਆ ਹੈ। ਤਾਂ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਵੇ ਹੁਣ ਦੇ ਰੇਟ ਦਾ, ਜਦੋਂ ਪਹਿਲਾਂ ਨਹੀਂ ਦਿੱਤਾ ਤਾਂ ਹੁਣ ਦੇ ਕੇ ਉਹ ਕਰ ਲਵੇ ਨਹੀਂ, ਜਾਂ ਉਹਦਾ ਚਲੋ ਕੇਸ ਚੱਲ ਰਿਹਾ ਹੈ ਉਹਦੇ ਨਾਲ ਦੀ ਹੋਰ ਉਹ ਕਰਕੇ ਅਕਵਾਇਰ ਕਰਕੇ ਨਾਲ ਨੂੰ ਰੋਡ ਕੱਢ ਲਵੇ ਨਾ। ਇਹ ਦਿਮਾਗ ਤਾਂ ਵਰਤਦੇ ਨਹੀਂ ਹੈ ਜੀ। ਨਹੀਂ, ਇਹ ਕਿਉਂ ਨਹੀਂ? ਦਿਮਾਗ ਤਾਂ ਹੁੰਦੇ ਉਹਨਾਂ ਕੋਲੇ, ਐਡੀ ਵੱਡੀ ਫੌਜ ਆ ਉਹਨਾਂ ਕੋਲੇ ਬਿਊਰੋਕਰੇਟਸ ਦੀ। ਆਪਣੇ ਬਾਹਰ ਵਾਲਿਆਂ ਜਿੰਨਾ ਨਹੀਂ ਵਰਤਦੇ ਹੈ ਦਿਮਾਗ ਹੈਗੇ, ਮੈਂ ਮੰਨਦਾ ਹੈਗਾ, ਪਰ ਵਰਤਦੇ ਨਹੀਂ ਹੈਗੇ। ਤੇ ਹੁਣ ਉਹ ਦੇਖੋ ਫਤਿਹਗੜ੍ਹ ਸਾਹਿਬ ਤੋਂ ਪਟਿਆਲਾ ਰੋਡ, ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਰੋਡ ਸਿੰਗਲ ਰੋਡ ਹੈਗੇ, ਕਿੰਨੇ ਐਕਸੀਡੈਂਟ ਹੁੰਦੇ ਆ। ਇੱਥੋਂ ਤੁਹਾਡੀ ਮਨੂੜ ਵਾਲੀ ਵੀ ਹਾਂਜੀ, ਜੇ ਭਗ ਮੱਜਰ ਤੱਕ ਡਬਲ ਲੇਨ ਹੈ ਉੱਥੇ ਤੱਕ ਮਤਲਬ ਕੋਈ ਐਕਸੀਡੈਂਟ ਨਹੀਂ ਹੋਣਗੇ, ਸਾਲ 'ਚ ਨੂੰ 1-2 ਹੋ ਜਾਏਗਾ ਜੀ, ਪਰ ਉਧਰ 100 ਦੇ ਕਰੀਬ ਹੋਣਗੇ ਜੀ। ਉਹ 15-20 ਮਤਲਬ ਡੈਥਾਂ ਹੋ ਜਾਂਦੀਆਂ ਹੈਗੀਆਂ ਸਿੰਗਲ ਰੋਡ ਤੇ। ਇਹਨਾਂ ਸਮੱਸਿਆਵਾਂ ਦਾ ਹੱਲ ਕੀ ਨਿਕਲਦਾ ਹੈ? ਮਤਲਬ ਪਿੰਡਾਂ ਦੇ ਵਿੱਚ ਜਾਗਰੂਕਤਾ ਤਾਂ ਚਲੋ ਆਉਣੀ ਸ਼ੁਰੂ ਹੋ ਗਈ, ਲੀਡਰਾਂ ਨੂੰ ਸਵਾਲ ਕਰਨੇ ਵੀ ਸ਼ੁਰੂ ਕਰਤੇ ਹੁਣ ਘੇਰ ਕੇ, ਪਰ ਇਹਨਾਂ ਦਾ ਹੱਲ ਕੀ ਨਿਕਲੂਗਾ ਸਮੱਸਿਆਵਾਂ ਦਾ? ਵੀ ਪਿੰਡਾਂ ਦਾ ਜਿਹੜਾ ਮੁੱਢਲਾ ਵਿਕਾਸ ਹੈ ਉਹ ਕਿਵੇਂ ਹੋਊਗਾ? ਜਿਵੇਂ ਕਿ ਜਸਪਾਲ ਬਾਈ ਜੀ ਨੇ ਵੀ ਪਿੱਛੇ ਦੱਸਿਆ ਤੁਹਾਨੂੰ ਕਿ ਜਿਹੜਾ ਪਿੰਡਾਂ ਦਾ ਮੁੱਢਲਾ ਵਿਕਾਸ ਹੈਗਾ ਉਹ ਵਿਕਾਸ ਮੈਟਰ ਕਰਦਾ ਹੈ ਕਿ ਪਿੰਡ ਦੀ ਪੰਚਾਇਤ ਤੇ ਪਿੰਡ ਦੇ, ਜਿਵੇਂ ਹੁਣ ਤੁਹਾਨੂੰ ਦੱਸ ਰਹੇ ਕਿ ਸਾਡੇ ਇਸ ਇਲਾਕੇ 'ਚੋਂ ਅਸੀਂ ਬਹੁਤ ਵੱਡੇ MP ਵੀ ਦਿੱਤੇ ਨੇ। ਪਹਿਲਾਂ ਵੀ ਸਾਡੇ ਪਿੰਡ ਤੋਂ ਰਘਬੀਰ ਸਿੰਘ ਗਿੱਲ MP ਰਹਿ ਚੁੱਕੇ, ਬਾਈ ਜੀ ਨੇ ਪਾਲ ਨੇ ਗੱਲ ਕੀਤੀ, ਜਾਗਰ ਸਿੰਘ ਜੀ 2-3, ਤੇ ਹੁਣ SGPC ਮੈਂਬਰ ਪਰਮਜੀਤ ਕੌਰ ਗਿੱਲ। ਇਹ ਜਿਹੜਾ ਵਿਕਾਸ ਹੈ, ਪਿੰਡ ਦਾ ਵਿਕਾਸ ਹੈ, ਇਹ ਇਹਨਾਂ ਦੇ ਹੱਥ ਦੇ ਵਿੱਚ ਹੈ। ਤੇ ਮੈਂ ਪਹਿਲਾਂ ਵੀ ਮੇਰੀ ਕਾਫੀ ਵਾਰੀ ਪੰਚਾਇਤ ਨਾਲ ਵੀ ਕਾਫੀ ਬਹਿਸਬਾਜ਼ੀ ਹੋ ਜਾਂਦੀ ਹੈ ਕਦੇ, ਤੇ ਕਿਉਂਕਿ ਮੈਂ ਥੋੜ੍ਹਾ ਜਿਹਾ ਨਿਰਪੱਖ ਜਿਹਾ ਬੰਦਾ, ਆਪਾਂ ਕਿਸੇ ਤੋਂ ਡਰਦੇ ਹੈ ਨਹੀਂ, ਗੱਡ ਕੇ ਗੱਲ ਕਹੀਦੀ ਹੈ। ਤੇ ਮੈਂ ਅੱਗੇ ਵੀ ਕੁਛ ਪੰਚ ਸਰਪੰਚ ਪੰਚਾਇਤੀ ਮੈਂਬਰ ਵੀ ਸੀਗੇ ਕਿ ਅਸੀਂ ਗੱਲਬਾਤ ਕੀਤੀ, ਤੇ ਉਹ ਗੱਲਬਾਤ ਦੇ ਵਿੱਚ ਜਿਹੜਾ ਵਿਕਾਸ ਦਾ ਆਪਾਂ ਮੁੱਦਾ ਚੱਕ ਰਹੇ ਹਾਂ ਕਿ ਵਿਕਾਸ ਕਿਵੇਂ ਹੋਣਾ ਚਾਹੀਦਾ ਹੈਗਾ। ਹੁਣ ਤੁਸੀਂ ਦੇਖ ਰਹੇ ਹੋ ਕਿ ਆਪਣੀ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਮੋਦੀ ਜੀ ਹੈ, ਇਹਨਾਂ ਨੇ ਵੀ ਵਿਕਾਸ ਦੀ ਗੱਲ ਕੀਤੀ ਸੀ, ਹੋਇਆ ਨਹੀਂ। ਪਰ ਤੇ ਇਹ ਆਪਣੇ ਆਪ ਨੂੰ ਲੋਚਣਾ ਸ਼ੁਰੂ ਕਰ ਦਿੰਦੇ ਨੇ, ਤੇ ਉਹਦੇ ਵਿੱਚ ਮਾਰੀ ਜਾਂਦੀ ਹੈ ਸਾਡੀ ਜਿਹੜੀ ਆਮ ਵਰਗ ਦੀ ਜਨਤਾ ਹੈਗੀ। ਠੀਕ ਹੈ ਜੀ, ਕੋਈ ਵੀ ਪੰਚ ਲਾ ਲਓ, ਸਰਪੰਚ ਲਾ ਲਓ, MP ਲਾ ਲਓ, MLA ਲਾ ਲਓ, ਹੈ ਨਾ, ਉਹ ਬੰਦਾ ਸਿਰਫ ਆਪਣਾ ਢਿੱਡ ਭਰਨ ਦੀ ਗੱਲ ਕਰਦਾ ਹੈਗਾ, ਤੇ ਉਹਨੂੰ ਜਨਤਾ ਮੁਤਾਬਕ ਕੁਛ ਨਹੀਂ। ਇਹ ਜਿਹੜੇ ਅੱਗੇ ਆਉਣ ਵਾਲੇ 2-3 ਮਹੀਨੇ ਨੇ, ਨਵੰਬਰ, ਦਸੰਬਰ ਤੇ ਜਨਵਰੀ, ਤੁਸੀਂ ਦੇਖਿਆ ਹੋਣਾ ਕਿ ਜਿਹੜੀਆਂ ਰਾਜਨੀਤੀ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਨੇ, ਇਹ ਇਹਨਾਂ ਦਿਨਾਂ 'ਚ ਨਿਕਲਦੇ ਨੇ, ਤੇ ਇਹਨਾਂ ਦਿਨਾਂ 'ਚ ਨਿਕਲ ਕੇ ਇਹ ਰਾਬਤਾ ਕਰਦੇ ਨੇ, ਤੇ ਸਾਡੇ ਜਿਹੜੇ ਮਲਕੇ ਲੋਕ ਨੇ, ਲੋਕ ਤਬਕਾ ਹੈ, ਉਹ ਉੱਦਾਂ ਹੀ ਮਲਕੇ ਵੀ ਬਾਹਰ ਨਿਕਲਦੇ ਨੇ, ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਲਾਉਂਦੇ ਨੇ, ਤੇ ਇੱਕ ਛੋਟੀ ਚੀਜ਼ਾਂ ਤੇ ਵਿਕਣ ਵਾਲੀ ਚੀਜ਼ ਗੱਲ ਕਰਦੇ ਆ। ਜਿਵੇਂ ਤੁਹਾਨੂੰ ਪਤਾ ਹੀ ਹੈ ਪ੍ਰਿੰਸ ਜੀ ਕਿ ਪਿੰਡਾਂ ਦੇ ਵਿੱਚ ਲੇਡੀਜ਼ ਵਿਕ ਜਾਂਦੀਆਂ, ਪਾਰਟੀ ਕਰਤੀ ਪਕੌੜਿਆਂ ਦੀ, ਕੁਝ ਬੰਦੇ। ਇੱਕ ਨਵਾਂ ਟ੍ਰੈਂਡ ਚੱਲਿਆ ਸੀਗਾ ਪਿਛਲੇ 5 ਸਾਲ ਤੋਂ, ਦੇਖ ਰਹੇ ਹਾਂ ਕਿ ਆਹ ਕੋਲਡ ਡਰਿੰਕ ਦੀਆਂ ਬੋਤਲਾਂ, ਘਰਾਂ 'ਚ ਬਿਸਕੁਟਾਂ ਦੇ ਪੈਕਟ ਪਹੁੰਚਾਉਣੇ, ਮੇਰੇ ਖਿਆਲ 'ਚ ਸਿਲੰਡਰ ਜੇ ਵੀ ਪਹੁੰਚਾਉਣ ਲੱਗ ਗਏ ਸੀਗੇ ਵੋਟਾਂ ਵੇਲੇ। ਇਹ ਨਵਾਂ ਹੀ ਟ੍ਰੈਂਡ ਚਲਾਤਾ ਰਾਜਨੀਤਿਕ ਪਾਰਟੀਆਂ ਨੇ ਲੋਕਾਂ ਨੂੰ ਆਪਣੇ ਵੱਲ ਭਰਮਾਉਣ ਦਾ। ਬਸ ਇਹੀ ਗੱਲ ਹੈ ਕਿ ਜਿਹੜੇ ਸਾਡੇ ਲੋਕ ਨੇ, ਆਮ ਤਬਕੇ ਦੇ ਲੋਕ ਦੇ, ਹੁਣ ਜਿਵੇਂ ਪਿੰਡ ਦੇ ਵਿੱਚ 2 ਜਾਂ 3 ਪਾਰਟੀਆਂ ਹੁੰਦੀਆਂ ਨੇ, ਇੱਕ ਪਾਰਟੀ ਦੇ ਬੰਦੇ ਗਏ, ਆਹ ਠੰਡੇ ਚੱਕੋ ਜੀ, ਤੁਹਾਨੂੰ ਠੰਡੇ ਹੈ ਜੀ ਇਹ ਪਾਰਟੀ ਵੱਲੋਂ, ਪਕੌੜਿਆਂ ਦਾ ਟੈਂਟ ਲਾਤਾ, ਪਕੌੜੇ ਚੱਲ ਗਏ, ਸ਼ਰਾਬ ਵਾਲਿਆਂ ਨੂੰ ਸ਼ਰਾਬ ਚੱਲ ਗਈ, ਨਸ਼ੇ ਦੇ ਇਹਦੇ 'ਚ ਨਸ਼ੇ ਦੀ ਵੀ ਗੱਲ ਆਉਂਦੀ ਹੈਗੀ ਕਿ ਨਸ਼ੇ ਤੇ ਵੀ ਸਾਡੇ MP ਸਾਹਿਬਾਨ ਹੋ ਗਏ, ਲੀਡਰ ਸਾਹਿਬਾਨ ਹੋ ਗਏ। ਹੁਣ ਪਿੱਛੇ ਜੀ ਮਨਿੰਦਰ ਜੀ ਨੇ ਗੁਟਕਾ ਸਾਹਿਬ ਤੇ ਕਸਮ ਚੱਕੀ ਸੀ ਕਿ ਮੈਂ ਨਸ਼ਾ ਮੁਕਤ ਕਰ ਦਾਂਗਾ। 4.5 ਸਾਲ ਹੋ ਗਏ ਜੀ ਉਸ ਗੱਲ ਨੂੰ, 4.5 ਸਾਲ ਹੋ ਚੁੱਕੇ ਨੇ, ਤੇ ਆਉਣੇ ਵਾਲੇ ਟਾਈਮ ਦੇ ਵਿੱਚ ਹੁਣ ਤੁਸੀਂ ਫੇਰ ਦੇਖੋਗੇ ਕਿ ਉਹੀ ਨਸ਼ਾ ਵੋਟਾਂ ਦੇ 3 ਮਹੀਨੇ ਪਹਿਲਾਂ ਫਿਰ ਪੰਜਾਬ 'ਚ ਡਿੱਗੇਗਾ, ਤੇ ਪੰਜਾਬ ਦੇ ਲੋਕਾਂ ਨੂੰ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਹੈਗਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਤੋਂ ਕੋਈ ਸ਼ਰਾਬ ਹੋਵੇ, ਕੋਈ ਠੰਡਾ ਹੋਵੇ, ਕੁਛ ਵੀ ਹੋਵੇ, ਉਹਨੂੰ ਪਿੱਛੇ ਰੱਖ ਕੇ ਜਿਵੇਂ ਆਪਣੀ ਆਉਣ ਵਾਲੀ ਕੋਈ ਵੀ ਪਾਰਟੀ, ਨਵੀਂ ਪਾਰਟੀ ਅਸੀਂ ਦੇ ਸਕਦੇ ਹਾਂ, ਕਿਸੇ ਨਾ ਕਿਸੇ ਨੂੰ ਵੀ ਮੌਕਾ ਦੇ ਸਕਦੇ ਹਾਂ। ਜਿਵੇਂ ਹੁਣ ਇਹ ਟੱਬਰ ਟੂ ਟੱਬਰ ਚੱਲ ਰਹੀ ਹੈਗੀ, ਆਪਣੀ ਬਾਦਲਾਂ ਦੀ ਪਾਰਟੀ 'ਚ ਹੋਗੀ, ਕਾਂਗਰਸ ਦੀ ਪਾਰਟੀ ਹੋਗੀ, ਟੱਬਰ ਟੂ ਟੱਬਰ ਚੱਲ ਰਹੀ ਹੈਗੀ, ਤੇ ਇਹਨਾਂ ਨੂੰ ਛੱਡ ਕੇ ਅਸੀਂ ਹੋਰ ਪਾਸੇ ਕਿਤੇ ਚੱਲੀਏ, ਕਿਸੇ ਨੂੰ ਮੌਕਾ ਦਿੱਤਾ ਜਾਵੇ ਰਾਜਨੀਤੀ ਪਾਰਟੀ ਨੂੰ, ਤਾਂ ਕਿ ਸਾਡੇ ਪੰਜਾਬ ਦਾ ਵੀ ਵਿਕਾਸ ਹੋਵੇ ਤੇ ਸਾਡੇ ਪਿੰਡਾਂ ਦਾ ਵੀ ਵਿਕਾਸ ਹੋਵੇ। ਵਿਕਾਸ ਦੀ ਗੱਲ ਕਰਦੇ ਹਾਂ ਕਿ ਸਾਡੇ ਲਾਂਡਰਾ
ਪਿੰਡ ਦਾ ਵਿਕਾਸ। ਸਾਡੇ ਲਾਂਡਰਾ ਪਿੰਡ ਦੇ ਪਾਲ ਸਿੰਘ ਜੀ ਨੇ ਦੱਸਿਆ ਕਿ ਸਾਡੇ ਪਿੰਡ ਬਹੁਤ ਪੁਰਾਣਾ ਆਪਣਾ ਮੈਟ੍ਰਿਕ ਦਾ ਸਕੂਲ ਹੈ, 10ਵੀਂ ਦਾ ਸਕੂਲ ਹੈਗਾ, ਤੇ ਇਹ ਸਾਡਾ 25 ਪਿੰਡਾਂ ਦਾ ਮੰਨਿਆ ਪ੍ਰਮੰਨਿਆ ਪਿੰਡ ਹੈ। ਤੇ ਕਾਫੀ ਪਿੰਡਾਂ ਤੋਂ ਛੋਟੀ ਮੱਛਲੀ ਬੜੀ ਮੱਛਲੀ ਕਾਫੀ ਏਰੀਆ ਸੀ ਜਿੱਥੋਂ ਇੱਥੇ ਬੱਚੇ ਪੜ੍ਹਨ ਆਉਂਦੇ ਸੀ। ਤੇ ਬੋਰਡ ਸੈਂਟਰ ਹੁੰਦਾ ਇਹ ਐਜੂਕੇਸ਼ਨ ਬੋਰਡ, ਹਾਂ ਲਾਂਡਰਾਂ ਵਾਲਾ ਸਕੂਲ ਬੋਰਡ ਸੈਂਟਰ ਹੁੰਦਾ ਹੈਗਾ, ਤੇ ਉਹ ਬੋਰਡ ਸੈਂਟਰ ਦੇ ਵੀ ਹੁੰਦਾ ਹੈਗਾ। ਤੇ ਇਸ ਸਕੂਲ ਦਾ ਜਿਹੜਾ ਅਪਡੇਟ ਹੈ ਉਹ ਇਸ ਕਰਕੇ ਨਹੀਂ ਹੋ ਪਾਇਆ ਕਿਉਂਕਿ ਜਿਹੜੇ ਸਾਡੇ ਪਿੰਡ ਤੋਂ ਰਾਜਨੀਤਿਕ ਦੇ ਵਿੱਚ ਲੋਕ ਨਿਕਲੇ ਨੇ ਉਹਨਾਂ ਨੇ ਕਦੇ ਮੁੜ ਕੇ ਪਿੰਡ ਵੱਲ ਵੇਖਿਆ ਹੀ ਨਹੀਂ। ਠੀਕ ਹੈ ਜੀ। ਹਰਨੇਕ ਸਿੰਘ ਘੜੂਆਂ ਜੀ ਕਿਸੇ ਟਾਈਮ MLA ਨਿਕਲੇ ਸੀ ਇੱਥੇ ਤੋਂ, ਹਰਨੇਕ ਸਿੰਘ ਘੜੂਆਂ ਜੀ, ਤੇ ਹਰਨੇਕ ਸਿੰਘ ਘੜੂਆਂ ਜੀ ਨੇ ਸਾਡੀ ਜਿਹੜੀ ਡਿਸਪੈਂਸਰੀ ਹੈ, ਪਾਲ ਫੌਜੀ ਸਾਹਿਬ ਨੇ ਦੱਸਿਆ, ਸਾਡੀ ਸਭ ਤੋਂ ਪਹਿਲੀ ਡਿਸਪੈਂਸਰੀ ਸੀ ਇਹ ਪਿਛਲੇ 25 ਤੋਂ 30 ਪਿੰਡਾਂ ਦੀ, ਜਿਹੜੀ ਮੇਨ ਡਿਸਪੈਂਸਰੀ ਹਸਪੀਟਲ ਸਾਡੇ ਪਿੰਡ ਨੂੰ ਪੈਂਦਾ ਸੀਗਾ। ਤੇ ਇਸ ਟਾਈਮ ਜਦੋਂ ਹਰਨੇਕ ਸਿੰਘ ਘੜੂਆਂ ਜੀ ਬਣੇ, MP ਇਲੈਕਸ਼ਨ ਉਹਨਾਂ ਨੇ ਲੜੇ ਤੇ MP ਦੇ ਪਦ 'ਤੇ ਆਏ, ਤੇ ਉਹ ਸਾਡਾ ਜਿਹੜਾ ਇੱਥੇ ਲੋਕਲ ਡਿਸਪੈਂਸਰੀ ਰਹਿ ਚੁੱਕੀ ਹੈ, ਤੇ ਘੜੂਏ ਪਿੰਡ ਦੇ ਵਿੱਚ ਮੇਨ ਹਸਪੀਟਲ ਲੈ ਗਏ ਨੇ ਉਹ। ਇਸ ਚੀਜ਼ ਨੂੰ ਡਿਵੈਲਪਮੈਂਟ ਕਿਹਾ ਜਾਂਦਾ ਹੈ। ਅਸੀਂ ਮਤਲਬ ਕਿ ਵੀ ਉਹਨਾਂ ਦੀ ਬੜੀ ਸ਼ਾਬਾਸ਼ੀ ਕਹਾਂਗੇ ਕਿ ਉਹ ਆਪਣੇ ਪਿੰਡ ਨੂੰ ਉਹਨਾਂ ਨੇ ਕੁਝ ਦਿੱਤਾ ਹੈ, ਚਾਹੇ ਇਸ ਟਾਈਮ ਸੱਤਾ 'ਚ ਨਹੀਂ ਹੈ, ਪਰ ਲੇਕਿਨ ਹਰਨੇਕ ਸਿੰਘ ਘੜੂਆਂ ਜੀ ਨੇ ਆਪਣੇ ਪਿੰਡ ਨੂੰ ਇੱਕ ਚੰਗਾ ਹਸਪੀਟਲ ਦਿੱਤਾ ਹੈਗਾ। ਮੈਨੂੰ ਵੀ ਇਸ ਗੱਲ ਦਾ ਮਤਲਬ ਕਿ ਵੀ ਨਿੱਜੀ ਤੌਰ 'ਤੇ ਤਾਂ ਪਤਾ ਚੱਲਿਆ ਸੀ, ਪਿੱਛੇ ਹੁਣ ਹਸਪੀਟਲ ਦੇ ਵਿੱਚ ਥੋੜ੍ਹਾ ਕੰਮ ਕਰਵਾਉਣ ਲੱਗੇ ਸੀਗੇ ਆਪਣੇ ਲੈਵਲ ਦੇ ਉੱਤੇ, ਤੇ ਅਸੀਂ ਉਹਨਾਂ ਨੂੰ ਇੱਥੇ ਸਾਡੇ ਮਤਲਬ ਕਿ ਵੀ ਹਸਪੀਟਲ ਦੇ ਵਿੱਚ ਨਾ ਪੀਣ ਦੀ ਪਾਣੀ ਪੀਣ ਦੀ ਕੋਈ ਉਹ ਸੀਗੀ ਇੱਥੇ ਸੁਵਿਧਾ ਸੀਗੀ, ਤੇ ਇੱਥੇ ਹਾਂ ਲਾਂਡਰਾਂ ਡਿਸਪੈਂਸਰੀ ਦੇ ਵਿੱਚ, ਤੇ ਨਾ ਬੈਠਣ ਦੀ ਕੋਈ ਸੁਵਿਧਾ ਸੀਗੀ। ਤੇ ਕੋਈ ਟਾਈਮ ਸੀ ਕਿ ਇੱਥੇ ਆਈਜ਼ ਸਪੈਸ਼ਲਿਸਟ ਬੈਠਦੇ ਸੀਗੇ, ਆਪਣਾ ਪ੍ਰੈਗਨੈਂਸੀ ਲਈ ਡਿਲੀਵਰੀ ਲਈ ਅੱਛੇ ਡਾਕਟਰ ਬੈਠਦੇ ਸੀਗੇ, ਤੇ ਆਈਜ਼ ਦੇ ਆਪਰੇਸ਼ਨ ਵੀ ਇੱਥੇ ਹੁੰਦੇ ਸੀਗੇ ਸਾਡੇ ਲਾਂਡਰਾਂ ਡਿਸਪੈਂਸਰੀ ਦੇ ਵਿੱਚ। ਇਹ ਮਸਲਾ ਗੰਭੀਰ ਚੁੱਕ ਲਿਆ। ਤੁਹਾਡੀ ਡਿਸਪੈਂਸਰੀ ਦੇ ਹਾਲਾਤ ਕੀ ਨੇ ਜੀ ਇਸ ਵਕਤ, ਕੀ ਨੇ? ਜਿਵੇਂ ਇਹ ਭਾਈ ਸਾਹਿਬ ਦੱਸ ਰਹੇ ਹੈ ਕਿ ਕਿਸੇ ਵਕਤ ਕਈ ਪਿੰਡਾਂ ਨੂੰ ਪੈਣ ਵਾਲੀ ਡਿਸਪੈਂਸਰੀ ਸੀ, ਪਰ ਅੱਜ ਅੱਜ ਹਾਲਾਤ ਕਹੀ ਜਿਹੇ ਨੇ ਇਹਦੇ? ਅੱਜ ਹਾਲਾਤ ਕੋਈ ਖਾਸ ਬਿਹਤਰ ਨਹੀਂ ਹੈ। ਕਿਉਂ? ਇੱਕ ਤਾਂ ਬਿਮਾਰੀਆਂ ਜਿਹੜੀਆਂ ਇਹ ਲੇਟੈਸਟ ਬਿਮਾਰੀਆਂ ਚੱਲ ਪਈਆਂ, ਇਹਨਾਂ ਨਾਲ ਇਹਨਾਂ ਛੋਟੇ ਡਾਕਟਰਾਂ ਦਾ ਕੋਈ ਮੈਚ ਨਹੀਂ ਹੁੰਦਾ। ਫਿਰ ਦੂਜੀ ਗੱਲ, ਅੱਜ ਜਿਹੜਾ ਸਾਡੇ ਪੰਜਾਬ ਦਾ ਵੀ ਮੈਂ ਕਹਿ ਸਕਦਾ, ਬਾਕੀ ਮੈਂ ਪਿੰਡ ਦਾ ਦੱਸਦਾ, ਜਿਹੜੇ ਡਾਕਟਰ ਆਉਂਦੇ ਨੇ, ਮੈਂ ਇੱਕ ਪਿੱਛੇ ਛੋਟੀ ਜਿਹੀ ਮਿਸਾਲ ਦਿੰਦਾ, ਮੇਰੇ ਫਾਦਰ ਸਾਹਿਬ ਡੈਥ ਹੋ ਗਈ 26 ਜਨਵਰੀ ਨੂੰ, ਮੈਂ ਉਹਦਾ ਡੈਥ ਸਰਟੀਫਿਕੇਟ ਵਾਸਤੇ ਚਲੇ ਗਿਆ। ਉੱਥੇ ਮੈਂ ਗੱਲ ਕੀਤੀ, ਉਹ ਇੱਕ ਜਿਹੜੀ ANM ਹੈ ਉਹ ਮੈਨੂੰ ਕਹਿੰਦੀ ਜੀ ਇਹ ਸਰਟੀਫਿਕੇਟ ਤਾਂ ਘੜੂਏ ਬਣੂ। ਮੈਂ ਕਿਹਾ ਵੀ ਘੜੂਏ ਕਿਉਂ ਬਣੂ? ਕਹਿੰਦੇ ਜੀ ਨਹੀਂ ਦੇਰ ਹੋ ਗਈ, ਤੁਹਾਡੇ ਫਾਦਰ ਸਾਹਿਬ ਡੈਥ ਹੋਈ ਨੂੰ, ਵੀ ਅਸੀਂ ਉਹ ਨਹੀਂ ਕਰ ਸਕਦੇ। ਮੈਂ ਕਿਹਾ ਤੁਸੀਂ ਮੈਨੂੰ ਰਿਟਰਨ 'ਚ ਦੇ ਦਿਓ, ਮੈਨੂੰ ਰਿਟਰਨ 'ਚ ਦੇ ਦਿਓ, ਮੈਂ ਘੜੂਏ ਬਣਾ ਲਿਆਉਣਾ। ਫਿਰ ਇੱਕ ਦੂਜੀ ਬੀਬੀ ਆਈ, ਫਿਰ ਉਹ ਕਹਿੰਦੀ ਨਹੀਂ ਜੀ ਨਹੀਂ, ਇਹ ਸਾਡੀ ਛੁੱਟੀ 'ਤੇ ਆ, ਉਹ ਆ ਕੇ ਬਣਾਊ। ਫਿਰ ਉਹਨੇ ਬਣਾਇਆ, ਮਤਲਬ ਵੀ 15-20 ਦਿਨ ਲਾਤੇ। ਇਹ ਚੀਜ਼ਾਂ ਦੀਆਂ ਸਮੱਸਿਆਵਾਂ ਨੇ। ਇਹ ਲੋਕ ਜਿਹੜੇ ਬੈਠਦੇ ਨੇ ਇੱਥੇ, ਭਾਵੇਂ ਡਾਕਟਰ ਨੇ ਭਾਵੇਂ ਕੋਈ ਵੀ ਨੇ। ਮੈਂ ਇੱਕ ਚੀਜ਼, ਮੈਂ ਵੀ ਸਰਵਿਸ ਕੀਤੀ 40 ਸਾਲ, 37 ਸਾਲ ਗੌਰਮੈਂਟ ਸਰਵਿਸ ਕੀਤੀ ਹੈ। ਜਿਹੜਾ ਉੱਪਰਲਾ ਆਫਿਸਰ ਹੈ ਤਾਂ ਥੋੜ੍ਹਾ ਜਿਹਾ ਫਿਰ ਵੀ ਸਾਡੇ ਨਾਲ ਕਿਤੇ ਕੋਆਪਰੇਟ ਕਰ ਲੂ, ਪਰ ਜਿਹੜੇ ਥੱਲੇ ਵਾਲੇ ਨੇ ਇਹ ਨਹੀਂ ਕੋਆਪਰੇਟ ਕਰਦੇ। ਇਹੀ ਸਾਨੂੰ ਦੇਸ਼ ਨੂੰ ਜਿਹੜਾ ਥੱਲੇ ਵਾਲੇ ਨੇ ਵਧਾਉਣਾ, ਥੱਲੇ ਵਾਲੇ ਨੇ ਘਟਾਉਣਾ। ਉੱਪਰ ਵਾਲਿਆਂ ਤਾਂ ਬੈਠੇ ਆ, ਉਹਨਾਂ ਤਾਂ ਸਾਈਨ ਕਰਨੇ ਨੇ, ਉਹਨਾਂ ਤੋਂ ਕੋਈ ਪਤਾ ਨਹੀਂ ਹੁੰਦਾ। ਪਰ ਇਹ ਅੱਜ ਡਿਸਪੈਂਸਰੀ ਦਾ ਮੈਂ ਨਹੀਂ ਮਤਲਬ ਕਹਿ ਸਕਦਾ ਕਿ ਵਧੀਆ ਡਿਸਪੈਂਸਰੀ ਸਾਡੀ, ਠੀਕ ਹੈ, ਨਾਰਮਲ ਚੱਲਦੀ ਹੈ। ਲੋਕ ਜ਼ਿਆਦਾ ਖਰੜ ਜਾਂਦੇ ਨੇ ਪ੍ਰਾਈਵੇਟ ਜਿਹੜੇ ਹਸਪੀਟਲ ਨੇ, ਮਤਲਬ ਨਾ ਬਰਾਬਰ ਹੀ ਹੈ, ਨਾਮ ਦੀ ਡਿਸਪੈਂਸਰੀ ਹੈ। ਭਾਈ ਸਾਹਿਬ ਤੁਹਾਡੇ ਲਈ ਮੇਰਾ ਸਵਾਲ ਹੈ ਕਿ ਸਾਡੀਆਂ ਪੰਚਾਇਤਾਂ ਇਹੋ ਜਿਹੀਆਂ ਕਿਉਂ ਹੋ ਜਾਂਦੀਆਂ ਨੇ ਕਿ ਰਾਜਨੀਤਿਕ ਪਾਰਟੀਆਂ ਦੇ ਪਿੱਛੇ ਹੀ ਲੱਗ ਜਾਂਦੀਆਂ ਨੇ? ਪੰਜਾਬ 'ਚ ਬਹੁਤ ਪੰਚਾਇਤਾਂ, ਬਹੁਤ ਸਰਪੰਚ, ਬਹੁਤ ਪੰਚ ਇੱਦਾਂ ਦੇ ਨੇ ਜਿਨ੍ਹਾਂ ਨੇ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਪਿੰਡਾਂ ਨੂੰ ਮਾਡਲ ਪਿੰਡ ਬਣਾਤਾ। ਸਭ ਤੋਂ ਪਹਿਲਾਂ ਚੱਕਰ ਪਿੰਡ ਦਾ ਨਾਂ ਆਉਂਦਾ ਸੀਗਾ ਮੋਗੇ ਜ਼ਿਲ੍ਹੇ ਦੇ ਵਿੱਚ, ਉਸ ਤੋਂ ਬਾਅਦ ਇੰਨੇ ਕੁ ਪਿੰਡ ਹੋ ਗਏ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਪੰਚਾਇਤ ਮੈਂਬਰ ਬਣੇ ਜਾਂ ਸਰਪੰਚ ਬਣੇ ਕਿ ਉਹ ਰਾਜਨੀਤਿਕ ਪਾਰਟੀਆਂ ਦੇ ਘੇਰੇ 'ਚੋਂ ਨਿਕਲ ਗਏ, ਪਿੰਡ ਦੇ ਡਿਵੈਲਪਮੈਂਟ ਬਾਰੇ ਸੋਚਿਆ। ਪਰ ਤੁਹਾਡੇ ਇਲਾਕੇ ਦੇ ਵਿੱਚ ਜਾਂ ਤੁਹਾਡੇ ਪਿੰਡ ਦੇ ਵਿੱਚ ਇਹ ਪੰਚਾਇਤਾਂ ਰਾਜਨੀਤਿਕ ਪਾਰਟੀਆਂ ਦੀਆਂ ਕਠਪੁਤਲੀਆਂ ਕਿਉਂ ਬਣ ਜਾਂਦੀਆਂ ਨੇ? ਪੰਚਾਇਤ ਦੀ ਤੁਸੀਂ ਗੱਲ ਕਰਦੇ ਕਿ ਰਾਜਨੀਤਿਕ ਪਾਰਟੀਆਂ ਨਾਲ ਜੁੜ ਜਾਂਦੀਆਂ ਨੇ। ਸਭ ਤੋਂ ਵੱਧ ਕਸੂਰ ਲੋਕਾਂ ਦਾ ਸਾਡਾ ਆਪਣਾ ਕਸੂਰ ਹੈ। ਜਿਹੜਾ ਅਸੀਂ ਪਿੰਡ 'ਚੋਂ ਲੀਡਰ ਚੁਣ ਕੇ ਭੇਜਤਾ, ਉਹਨੇ ਕਦੇ ਮੁੜ ਕੇ ਪਿੰਡ ਵਾਸੀਆਂ ਦਾ ਕੰਮ ਨਹੀਂ ਕਰਿਆ। ਜਿਹੜੇ ਬੰਦੇ ਨੇ ਚੁਣ ਕੇ ਭੇਜਿਆ ਸੀ ਉਹਨਾਂ ਦਾ ਕੰਮ ਨਹੀਂ ਕਰਿਆ। ਉਹ 'ਚ ਕਸੂਰ ਦੱਸੋਗੇ ਇਹਦਾ? ਕਸੂਰ ਸਾਡਾ ਹੀ ਹੋਇਆ ਸੀ, ਚੁਣ ਕੇ ਭੇਜਿਆ ਸੀ। ਉਹ ਗੌਰਮੈਂਟ ਨਾਲ ਰਲ ਗਏ ਨੇ। ਤੁਸੀਂ ਹਸਪਤਾਲ ਦੀ ਗੱਲ ਕਰਦੇ ਹੋ, ਹਸਪਤਾਲ 'ਚ ਸਾਡੇ ਬੰਦੇ ਪਿੰਡ 'ਚੋਂ ਦਵਾਈ ਲੈਣ ਕਿੰਨੇ ਜਾਂਦੇ ਨੇ, ਉਹਨਾਂ ਦਾ ਰਜਿਸਟਰ ਦੇਖ ਲਓ। ਜਿਹੜਾ ਸਾਡਾ ਹਸਪੀਟਲ ਹੈ, ਜਿਹੜੀ ਡਾਕਟਰ ਕਮਲ ਹੈ, ਚਰਨਜੀਤ ਸਿੰਘ ਚੰਨੀ ਜਿਹੜਾ ਕੈਬਨਿਟ ਮੰਤਰੀ, ਉਹਦੀ ਘਰ ਵਾਲੀ ਹੈ।
मतलब फिर तो सैया भाई कतवाल तो हमें डर काहे का, आउन ना आउन कोई मसला ही नहीं है। ਦੱਸੋ ਤੁਸੀਂ ਪੁੱਛ ਸਕਦੇ ਹੋ, ਪੁੱਛ ਲਓ ਤੁਸੀਂ। सवाल ਵੱਡਾ ਖੜਾ ਹੋ ਗਿਆ ਭੈਣਾਂ ਨੇ ਸ਼ਮੂਲੀਅਤ। ਭੈਣ ਜੀ ਤੁਸੀਂ ਵੀ ਆ ਜਾਓ, ਤੁਸੀਂ ਬਾਈ ਜੀ ਆ ਜਾਓ। ਇੱਕ ਨਾ ਛੋਟੀ ਜੀ ਗੱਲ ਇਹਨਾਂ ਨੇ ਭਾਈ ਸਾਹਿਬ ਨੇ ਚੁੱਕੀ ਸੀ ਕਿ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਘਰਾਂ 'ਚ ਕਹਿੰਦੇ ਆਹ ਕੋਲਡ ਡਰਿੰਕ ਦੀਆਂ ਬੋਤਲਾਂ ਤੇ ਪਕੌੜੇ ਪਕੂੜੇ ਵੀ ਪਹੁੰਚ ਜਾਂਦੇ ਆ। ਸਾਡੀਆਂ ਭੈਣਾਂ ਬੀਬੀਆਂ ਦੀ ਸ਼ਮੂਲੀਅਤ ਪਿੰਡਾਂ ਦੇ ਵਿਕਾਸ, ਪਹਿਲਾਂ ਤਾਂ ਪਰਿਵਾਰ ਦੇ ਵਿਕਾਸ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਡਿਵੈਲਪਮੈਂਟ ਜਿਹੜੀ ਹੈ ਉਹ ਆਪਣੇ ਪਰਿਵਾਰ ਤੋਂ ਸ਼ੁਰੂ ਹੁੰਦੀ ਹੈ। ਪਰ ਪਿੰਡਾਂ ਦੇ ਵਿੱਚ ਜਾਂ ਖਾਸ ਤੌਰ 'ਤੇ ਆਪਾਂ ਇਸ ਪਿੰਡ ਦੀ ਜਾਂ ਜਿਹੜੇ ਪਿੰਡ 'ਚ ਵੀ ਆਪਾਂ ਰਹਿੰਦੇ ਹਾਂ, ਉੱਥੇ ਫਿਰ ਬੀਬੀਆਂ ਦੀ ਭੈਣਾਂ ਦੀ ਸ਼ਮੂਲੀਅਤ ਕੀ ਹੋਵੇ ਕਿ ਇੱਕ ਚੰਗਾ ਪਿੰਡ ਸਿਰਜਿਆ ਜਾ ਸਕੇ। ਜਾਂ ਫਿਰ ਜਿਹੜੇ ਆਹ ਇਲਜ਼ਾਮ ਲੱਗਦੇ ਆ ਕਿ ਜਦੋਂ ਵੋਟਾਂ ਆਉਂਦੀਆਂ ਫਿਰ ਕੋਲਡ ਡਰਿੰਕ ਦੀਆਂ ਬੋਤਲਾਂ ਵੀ ਪਹੁੰਚਦੀਆਂ ਘਰਾਂ 'ਚ ਤੇ ਪਕੌੜਿਆਂ ਦੀਆਂ ਪਾਰਟੀਆਂ ਵੀ ਹੁੰਦੀਆਂ ਤੇ ਸਿਲੰਡਰ ਵੀ ਪਹੁੰਚ ਜਾਂਦੇ ਆ ਗੈਸ ਤੇ ਫਿਰ ਇੰਨੇ ਨਾਲ ਵੋਟ ਇੱਧਰ ਉੱਧਰ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹੂੰਗੀ ਕਿ ਲੋਕੀ ਕਹਿੰਦੇ ਆ ਅਕਾਲੀ ਮਾੜੇ ਆ, ਕਾਂਗਰਸੀ ਮਾੜੇ ਆ, ਆਪ ਮਾੜੀ ਆ, ਬੀਜੇਪੀ ਮਾੜੀ ਆ। ਮੈਂ ਇਹ ਗੱਲ ਕਹਿੰਦੀ ਮਾੜੇ ਅਸੀਂ ਆ, ਕੋਈ ਨਹੀਂ ਮਾੜਾ। ਜਦੋਂ ਅਸੀਂ ਵੋਟ ਦਿੰਨੇ ਆ ਉਦੋਂ ਤਾਂ ਅਸੀਂ ਕੋਲਡ ਡਰਿੰਕ ਤੇ ਵਿਕ ਜਾਂਦੇ ਆ, ਪਕੌੜਿਆਂ ਤੇ ਵਿਕ ਜਾਂਦੇ ਆ, ਸ਼ਰਾਬ ਦੀਆਂ ਬੋਤਲਾਂ ਤੇ ਵਿਕ ਜਾਂਦੇ ਆ। ਮਤਲਬ ਇਹ ਗੱਲਾਂ ਝੂਠੀਆਂ ਤਾਂ ਨਹੀਂ ਹੈ, ਇਹ ਗੱਲਾਂ ਜੇ ਹੁੰਦੀਆਂ ਨੇ ਬਿਲਕੁਲ ਸੱਚ ਆ। ਇਹ ਮੈਂ ਆਪਦੇ ਅੱਖੀਂ ਦੇਖੀਆਂ ਹੋਈਆਂ ਨੇ। ਇਹ ਗੱਲ ਜ਼ਰੂਰ ਹੈ ਕਿ ਮੈਂ ਕਦੀ ਵੋਟ ਨਹੀਂ ਪਾਈ ਕਿਸੇ ਨੂੰ, ਮੈਂ ਵੋਟ ਨਹੀਂ ਦਿੰਦੀ ਕਿਸੇ ਨੂੰ, ਕਿਉਂਕਿ ਕੋਲਡ ਡਰਿੰਕ ਦੀ ਬੋਤਲ ਲੈ ਲੈਣੇ। ਕੋਲਡ ਡਰਿੰਕ ਦੀ ਬੋਤਲ, ਮੇਰੀ ਗੱਲ ਸੁਣੋ, ਮੇਰੇ ਖਿਆਲ 'ਚ ਸਾਡੀ ਜ਼ਮੀਰ ਐਡੀ ਕੁ ਜਾਗਦੀ ਹੈ ਨਾ। ਅੱਜ 10 ਮਹੀਨੇ ਇਸ ਅੰਦੋਲਨ 'ਚ ਫਿਰਦਿਆਂ ਵੀ ਹੋ ਗਏ, ਅਸੀਂ ਕਿਸੇ ਤੋਂ 25 ਪੈਸੇ ਵੀ ਨਹੀਂ ਲਏ, ਠੀਕ ਹੈ। ਤੇ ਕੋਲਡ ਡਰਿੰਕ ਦੀ ਬੋਤਲ ਤਾਂ ਬਹੁਤ ਦੂਰ ਦੀ ਗੱਲ ਹੈ। ਨਾਲੇ ਮੈਂ ਕਹਿੰਦੀ ਆ ਵੀ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹੂੰਗੀ, ਹਰਿਆਣੇ ਦਿਆਂ ਨੂੰ, ਕਿ ਤੁਹਾਡੀ ਜ਼ਮੀਰ ਐਡੀ ਘਟੀਆ ਹੋ ਗਈ, ਇੰਨੀ ਥੱਲੇ ਡਿੱਗ ਗਈ ਕਿ ਤੁਸੀਂ ਇੱਕ 50 ਰੁਪਈਆਂ ਦੀ ਕੋਲਡ ਡਰਿੰਕ ਦੀ ਬੋਤਲ ਤੇ ਵਿਕ ਜਾਂਦੇ ਹੋ। ਇੱਕ ਪਕੌੜਿਆਂ ਪਿੱਛੇ, ਪਕੌੜੇ ਕਿੰਨੇ ਕੁ ਦੇ ਬਣ ਜਾਂਦੇ ਆ। 5 ਸਾਲਾਂ ਲਈ ਤੁਸੀਂ ਉਸ ਬੰਦਿਆਂ ਨੂੰ ਇੱਕ ਕੋਲਡ ਡਰਿੰਕ ਦੀ ਬੋਤਲ ਪਿੱਛੇ ਵਿਕ ਜਾਂਦੇ ਹੋ ਜਿਨ੍ਹਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਦੀਵਾਨੀ ਦਾ ਕੰਮ ਨਹੀਂ ਕਰਨਾ। ਰਾਜਨੀਤਿਕ ਪਾਰਟੀਆਂ ਹੁਣ ਜੋ ਤੁਸੀਂ ਕਹਿ ਰਹੇ ਹੋ ਕਿ ਹਰਸਿਮਰਤ ਕੌਰ ਬਾਦਲ ਹੋਰੀ ਰੈਲੀ ਲੈ ਕੇ ਗਏ ਅਕਾਲੀ, ਉਦੋਂ ਕਿੱਥੇ ਸੁੱਤੇ ਸੀ? ਜਿੱਦਣ ਹਰਸਿਮਰਤ ਕੌਰ ਬਾਦਲ ਨੇ ਇਹਨਾਂ ਕਾਲੇ ਕਾਨੂੰਨਾਂ ਦੇ ਉੱਤੇ ਸਾਈਨ ਕੀਤੇ ਸੀ, ਉਦੋਂ ਤਾਂ ਹਰਸਿਮਰਤ ਕੌਰ ਬਾਦਲ ਚੀਕ ਕੇ ਕਹਿੰਦੀ ਸੀਗੀ ਕਿ ਇਹ ਕਾਲੇ ਕਾਨੂੰਨ ਬਹੁਤ ਵਧੀਆ ਨੇ। ਹੁਣ ਕਿਉਂ ਰੈਲੀਆਂ ਕੱਢਦੀ ਆ? 10 ਮਹੀਨੇ ਹੋ ਗਏ, ਇਹਨਾਂ ਨੇ ਇੱਕ ਵਾਰ ਵੀ ਆਪਦੇ ਮੂੰਹ ਇਹ ਗੱਲ ਨਹੀਂ ਬੋਲੀ ਕਿ ਬਈ ਇਹ ਕਾਲੇ ਕਾਨੂੰਨ ਬਹੁਤ ਮਾੜੇ ਨੇ, ਸਾਡੇ ਕਿਸਾਨਾਂ ਨੂੰ ਖਤਮ ਕਰ ਦੇਣਗੇ। ਉਦੋਂ ਕਿੱਥੇ ਸੀ? ਹੁਣ ਕਣਕਾਂ ਦੀਆਂ ਬੱਲੀਆਂ ਲੈ ਕੇ ਇਹ ਸੰਸਦ ਦੇ ਅੱਗੇ ਖੜਦੀ ਹੈ। ਕੀਤਾ ਕੀ ਇਹਨਾਂ ਨੇ? ਇਹਨਾਂ ਨੇ ਵਿੱਦਿਆ ਫ੍ਰੀ ਕਰਤੀ ਕਿ 5ਵੀਂ ਤੱਕ ਦੇ ਬੱਚੇ ਪਾਸ ਕਰਨੇ ਆ। ਉਹਦੇ ਨਾਲ ਕੀ ਹੋਇਆ? ਚੋਲ ਕੀਤੇ ਕਿ ਕੌਣ ਚੰਗਾ ਕੌਣ ਮਾੜਾ। ਉਹਦੇ ਨਾਲ ਕੀ ਹੋਇਆ? 5ਵੀਂ ਬੱਚੇ ਦਾ 5ਵੀਂ ਤੱਕ ਬੇਸ ਹੁੰਦਾ। ਜਦੋਂ ਬੇਸ ਹੀ ਖਤਮ ਕਰਤਾ ਕਿ ਪਾਸ ਕਰਨੇ ਆ, ਜਵਾਕਾਂ ਨੂੰ ਇਹ ਪੜ੍ਹਨਾ ਹੀ ਨਹੀਂ, ਪੜ੍ਹਨੋਂ ਹਟ ਗਏ। ਉੱਥੇ ਸੈਕਿੰਡ ਗੱਲ, 10ਵੀਂ ਕੀਤੀ, +2 ਕੀਤੀ, +2 ਕਰਕੇ ਬਾਹਰ ਤੁਰ ਜਾਂਦੇ ਆ। ਮੇਰਾ ਖੁਦ ਦਾ ਬੱਚੇ ਬਾਹਰ ਚੱਲੇ ਆ, ਮੈਂ ਕੀ ਕਰੂੰਗੀ? ਕਿਉਂਕਿ ਉਹਨਾਂ ਦੀ ਮਾਂ IT ਸਟੂਡੈਂਟ ਹੋ ਕੇ ਨੌਕਰੀ ਨਹੀਂ ਮਿਲੀ, ਤਾਂ ਮੇਰੇ ਬੱਚਿਆਂ ਨੂੰ ਕਿੱਥੋਂ ਮਿਲ ਜੂਗੀ? ਅੱਜ ਦਾ ਇੰਨਾ ਕੰਪੀਟੀਸ਼ਨ ਆ। ਰਹੀ ਗੱਲ ਇਹਨਾਂ ਸਰਕਾਰਾਂ ਦੇ ਉੱਤੇ ਕਿ ਲੋਕੀ ਕਹਿੰਦੇ ਆ ਕਿ ਆਹ ਹੋ ਗਿਆ, ਆਹ ਹੋ ਗਿਆ। ਸਾਡਾ ਕਿਹੜਾ ਸਰਦਾਰ ਬੰਦਾ IAS ਬੈਠਾ? ਕਿਹੜੇ IAS ਬੈਠੇ? ਉਹ UP ਦੇ ਲਿਆ ਕੇ ਪੰਜਾਬ ਦੇ ਵਿੱਚ ਲਾ ਰੱਖੇ ਆ। ਪੰਜਾਬ ਦੇ ਲੋਕ ਵੀ ਪੜ੍ਹਨ ਲਿਖਣ, ਨੌਜਵਾਨ ਆਪਦੇ ਆਪ ਨੂੰ ਬਦਲਣ। ਪੰਜਾਬ ਬਦਲਾਅ ਭਾਲਦਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਬਦਲਾਅ ਭਾਲਦਾ, ਤੇ ਬਦਲਾਅ ਲਿਆਉਣਾ ਕਿੰਨਾ ਨੇ? ਨੌਜਵਾਨਾਂ ਨੇ। ਬਜ਼ੁਰਗ ਤਾਂ ਆਪਦਾ ਖਾਧੀ ਪੀਤੀ ਹੰਡਾਈ ਬੈਠੇ ਆ। ਜੇ ਅੱਜ ਨੌਜਵਾਨ ਅੱਗੇ ਆਉਣਗੇ ਨਾ, ਜੇ ਅੱਜ ਅੰਦੋਲਨ 'ਚ ਰਾਜਕੌਰ ਫਿਰਦੀ ਆ, ਤਾਂ ਹੋਰ ਭੈਣਾਂ ਨੂੰ ਵੀ ਅੱਗੇ ਆਉਣਾ ਚਾਹੀਦਾ। ਪਰ ਸਾਡੇ ਲੋਕ ਕੀ ਕਰਦੇ ਆ ਕਿ ਜਿਹੜਾ ਅੱਗੇ ਫਿਰਦਾ ਉਹਦੀਆਂ ਲੱਤਾਂ ਖਿੱਚੋ। ਪਹਿਲਾ ਕੰਮ ਇਹ ਆ ਕਿ ਲੱਤਾਂ ਖਿੱਚ ਕੇ ਇਹਨੂੰ ਪਿਛਾਂਹ ਸਿੱਟੋ। ਅਸੀਂ ਇਹ ਗੱਲ ਕਹਿੰਦੇ ਆ, ਲੱਤਾਂ ਨਾ ਖਿੱਚੋ ਕਿਸੇ ਦੀਆਂ। ਪੰਜਾਬ ਦੇ ਲੋਕਾਂ ਦਾ ਬਦਲਾਵ ਲਿਆਓ, ਨੌਜਵਾਨ ਬਦਲਾਵ ਲਿਆਓ ਇਸ ਅੰਦੋਲਨ ਦੇ ਵਿੱਚ। ਬਹੁਤ ਵਧੀਆ ਗੱਲ ਆ ਕਿ ਅੱਜ ਅਸੀਂ ਜਿਹੜਾ ਦਿੱਲੀ ਪਹੁੰਚੇ ਆ ਨਾ, ਉਹ ਨੌਜਵਾਨਾਂ ਦੀ ਹਿੰਮਤ ਨਾਲ ਪਹੁੰਚੇ। ਬਜ਼ੁਰਗਾਂ ਦੀ ਹੋਸ਼, ਉਹਨਾਂ ਦੀ ਸਿਹਤ ਸੀ, ਹੋਸ਼ ਸੀ, ਤੇ ਸਾਡੇ ਨੌਜਵਾਨਾਂ ਦਾ ਜੋਸ਼ ਸੀ। ਜੇ ਨੌਜਵਾਨ ਨਾ ਹੁੰਦੇ ਤਾਂ ਅਸੀਂ ਦਿੱਲੀ ਨਹੀਂ ਸੀ ਪਹੁੰਚਦੇ ਕੋਈ ਵੀ। ਪਰ ਲੋਕੀ ਕਹਿੰਦੇ ਆ ਕਿ ਨੌਜਵਾਨ ਪੰਜਾਬ ਨਸ਼ੇ ਨੇ ਖਾ ਲਿਆ, ਪੰਜਾਬ ਨਸ਼ੇ ਨੇ ਖਾ ਲਿਆ। ਜੇ ਅਸੀਂ ਖਵਾਇਆ ਤੇ ਖਾਧਾ, ਅਸੀਂ ਕਿਉਂ ਲੱਗੇ ਨਸ਼ੇ ਤੇ? ਮਤਲਬ ਕਸੂਰਵਾਰ ਲੋਕ ਵੀ ਨੇ, ਰਾਜਨੀਤਿਕ ਪਾਰਟੀਆਂ ਨੇ ਤਾਂ ਆਪਣੇ ਉਹਨਾਂ ਨੇ ਤਾਂ ਲਾਹੇ ਸਿੱਧ ਕਰਨੇ ਆ, ਉਹ ਤਾਂ ਕਰਨਗੇ। ਹੁਣ ਫਿਰ ਪੰਚਾਇਤ ਦੇ ਖਾਤਮੇ ਦਾ ਸਮਾਂ ਆ ਚੁੱਕਿਆ, ਪਰੰਤੂ ਇੱਕ ਸਵਾਲ ਜਿਹੜਾ ਸਭ ਤੋਂ ਲਾਜ਼ਮੀ ਬਣਦਾ ਇਸ ਵਕਤ, ਕਿਉਂਕਿ ਚਰਚਾਵਾਂ ਜਦੋਂ ਚੱਲਦੀਆਂ ਨੇ ਤਾਂ ਪੰਜਾਬ ਦੇ
ਭਖ ਦੇ ਮਸਲਿਆਂ ਤੋਂ ਮੁੱਖ ਮੋੜ ਕੇ ਨਹੀਂ ਜਾ ਸਕਦੇ। ਸਾਰੀਆਂ ਚਰਚਾਵਾਂ ਦੇ ਵਿੱਚ ਵਾਰ-ਵਾਰ ਕਿਸਾਨ ਅੰਦੋਲਨ ਆ ਜਾਂਦਾ, ਕਿਉਂਕਿ ਕਿਸਾਨ ਅੰਦੋਲਨ ਨੇ ਇੱਕ ਐਸੀ ਨੀਂਹ ਰੱਖੀ ਹੈ। ਠੀਕ ਹੈ, ਉਸ ਤੇ ਇਮਾਰਤ ਬੁਲੰਦ ਹੋਣੀ ਹੈ, ਉਹ ਬਾਅਦ ਦੇ ਵਿੱਚ ਡਿਪੈਂਡ ਕਰਦਾ ਉਸ ਗੱਲ ਦੇ ਉੱਤੇ ਕਿ ਇਹ ਅੰਦੋਲਨ ਇਸ ਸਦੀ ਦਾ ਸਭ ਤੋਂ ਮਹਾਨ ਅੰਦੋਲਨ ਹੋ ਨਿਬੜੇਗਾ ਜਦੋਂ ਇਹ ਜੇਤੂ ਹੋ ਕੇ ਨਿਕਲੇਗਾ, ਜਾਂ ਭਵਿੱਖ ਦੇ ਗਰਭ ਦੇ ਵਿੱਚ ਕੀ ਪਿਆ ਉਹ ਕੋਈ ਵੀ ਕਿਆਸ ਰਾਈ ਨਹੀਂ ਲਾ ਸਕਦਾ ਹੈਗਾ। ਉਸ ਦੀ ਕੋਈ ਵੀ ਭਵਿੱਖਬਾਣੀ ਹਾਲੇ ਨਹੀਂ ਕੀਤੀ ਜਾ ਸਕਦੀ। ਪਰੰਤੂ ਇੱਕ ਅਖੀਰਲੇ ਸਵਾਲ ਤੋਂ ਅਸੀਂ ਸਮਾਪਤੀ ਵੱਲ ਵਧਾਂਗੇ ਵਿਜ਼ਨ ਪੰਚਾਇਤ ਦੀ। ਮੇਰਾ ਅਖੀਰਲਾ ਸਵਾਲ ਇਹ ਹੈ ਜੀ ਕਿ ਇੱਕ ਪਾਸੇ ਤਾਂ ਰਾਜਨੀਤਿਕ ਪਾਰਟੀਆਂ ਦੇ ਪਿੰਡਾਂ ਦੇ ਵਿੱਚ ਦਾਖਲੇ ਤੇ ਵੀ ਰੋਕ ਲਗਾਈ ਹੈ, ਅਸੀਂ ਰਾਜਨੀਤਿਕ ਪਾਰਟੀਆਂ ਦੀਆਂ ਰਾਜਨੀਤਿਕ ਸਰਗਰਮੀਆਂ ਤੇ ਰੋਕ ਲਾਈ ਹੈ, ਪਰ ਦੂਜੇ ਪਾਸੇ ਕਿਸਾਨ ਆਪਣੀਆਂ ਬਰਾਬਰ ਦੀਆਂ ਜਿਹੜੀਆਂ ਵੱਡੀਆਂ ਮਹਾਂ ਪੰਚਾਇਤਾਂ ਕਰਕੇ ਰਾਜਨੀਤਿਕ ਧਿਰਾਂ ਨੂੰ ਬਦਲਣ ਦੀ ਗੱਲ ਕਰ ਰਹੇ ਨੇ, ਰਾਜਨੀਤਿਕ ਸਫਾ ਨੂੰ ਚੇਂਜ ਕਰਨ ਦੀ ਗੱਲ ਕਰ ਰਹੇ ਨੇ, ਰਾਜਨੀਤਿਕ ਵਿਰੋਧ ਦੀ ਗੱਲ ਕਰ ਰਹੇ ਨੇ ਸਾਫ਼ ਤੇ ਸਪਸ਼ਟ ਤੌਰ ਦੇ ਉੱਤੇ। ਤਾਂ ਫਿਰ ਇਹਦਾ ਕੀ ਮਤਲਬ ਲਿਆ ਜਾਵੇ? ਨਹੀਂ ਦੇਖੋ, ਜਿਹੜੀ ਰਾਜਨੀਤਿਕ ਬਦਲਾਅ ਹੈ, ਜਿਹੜਾ ਕਿਸਾਨ ਜਥੇਬੰਦੀਆਂ ਜਾਂ ਇਹ ਮਹਾਂ ਪੰਚਾਇਤ ਕਰਕੇ ਇਹ ਨਹੀਂ ਕਹਿੰਦੇ ਕਿ ਰਾਜਨੀਤਿਕ ਹੋਣਾ ਨਹੀਂ ਚਾਹੀਦਾ, ਰਾਜਨੀਤਿਕ ਹੋਣਾ ਚਾਹੀਦਾ। ਜੇ ਪਰ ਰਾਜਨੀਤਿਕ ਹੈ ਜਿਹੜਾ ਉਹ ਸਾਫ਼ ਸੁਥਰਾ ਹੋਣਾ ਚਾਹੀਦਾ। ਇਹ ਨਹੀਂ ਕਿ ਵੋਟਾਂ ਲਈਆਂ, ਆਪਦੇ ਮਤਲਬ ਸਿੱਧ ਕੀਤੇ, ਲੋਕਾਂ ਨੂੰ ਲੁੱਟਿਆ, ਜੇ ਕਿਤੇ ਕੋਈ ਚਲੇਗਾ ਤਾਂ ਡੰਡੇ ਮਾਰੇ, ਇਹ ਰਾਜਨੀਤਿਕ ਨਹੀਂ ਹੈ। ਮਤਲਬ ਹਾਲੇ ਤੁਹਾਡੀ ਜਿਹੜੀ ਮਹਾਂ ਪੰਚਾਇਤ ਆ ਉਸ ਦੇ ਵਿੱਚ ਕਿਸੇ ਰਾਜਨੀਤਿਕ ਪਾਰਟੀ ਵੱਲ ਇਸ਼ਾਰਾ ਤਾਂ ਨਹੀਂ ਕੀਤਾ ਜਾ ਰਿਹਾ ਕਿ ਫਲਾਣੇ ਦੇ ਪੱਖ ਦੇ ਵਿੱਚ ਕਿਸਾਨ ਹੋ ਜਾਣ? ਨਹੀਂ, ਹਾਲੇ ਤੱਕ ਕੋਈ ਨਹੀਂ ਹੈ। ਮੈਨੂੰ ਪਹਿਲਾਂ ਵੀ ਪ੍ਰੋ ਪੰਜਾਬ ਵਾਲਿਆਂ ਨੇ ਵੀ ਇੱਕ ਵਾਰ ਸਵਾਲ ਕਰ ਲਿਆ, ਚੜ੍ਹਦੀ ਕਲਾ ਵਾਲਿਆਂ ਨੇ ਵੀ ਸਵਾਲ ਕਰ ਲਿਆ, MH ਵਾਲਿਆਂ ਨੇ ਵੀ ਸਵਾਲ ਕਰ ਲਿਆ ਇਸੇ ਚੀਜ਼ ਬਾਰੇ, ਪਰ ਅੱਜ ਤੱਕ ਕਿਸੇ ਨੇ ਵੀ ਇੰਡੀਕੇਟ ਨਹੀਂ ਕਿਸੇ ਨੂੰ ਕੀਤਾ ਕਿ ਤੁਸੀਂ ਉਹ ਪਾਰਟੀ ਨੂੰ ਵੋਟ ਪਾ ਕੇ ਉਹਨੂੰ ਜਿਤਾਓ, ਜਾਂ ਅਸੀਂ ਕਿਸਾਨ ਜਥੇਬੰਦੀ ਨਵੀਂ ਖੜੀ ਕਰਾਂਗੇ, ਕਿਸਾਨ ਕੋਈ ਆਪਣੇ ਪਾਰਟੀ ਖੜੀ ਕਰਾਂਗੇ ਵੀ ਉਹਨੂੰ ਵੋਟ ਪਾਓ। ਉਹਨਾਂ ਨੇ ਇੱਕ ਗੱਲ ਉਹ ਕਹਿੰਦੇ ਨੇ ਵੀ ਵੋਟ ਜਦੋਂ ਮੌਕਾ ਆਊਗਾ ਉਦੋਂ ਵੋਟ ਪਾਵਾਂਗੇ, ਉਦੋਂ ਦੱਸਾਂਗੇ। ਪਰ ਅੱਜ ਤਾਂ ਸਾਡਾ ਜਿਹੜਾ ਮਸਲਾ ਕਿਸਾਨੀ ਤੱਕ ਹੈ, ਅਸੀਂ ਆਪਣੀ 3 ਕਾਲੇ ਕਾਨੂੰਨਾਂ ਨੂੰ ਲੈ ਕੇ, ਜਾਂ ਬਿਜਲੀ ਮਸਲੇ ਨੂੰ ਹੱਲ ਲੈ ਕੇ, ਜਾਂ ਪਰਾਲੀ ਵਾਲੇ ਮਸਲੇ ਨੂੰ ਹੱਲ ਲੈ ਕੇ, ਉਹ ਮਸਲੇ ਨੂੰ ਦੂਰ ਕਰਾ ਕੇ, ਸਹੀ ਕਰਾ ਕੇ, ਉਹ ਤੋਂ ਬਾਅਦ ਅਸੀਂ ਕਿਸਾਨ ਇਹਦੇ ਪੋਲੀਟੀਕਲ ਬਾਰੇ ਸੋਚਾਂਗੇ। ਕਿਉਂਕਿ ਜੇ ਅੱਜ ਅਸੀਂ ਪੋਲੀਟੀਕਲ ਬਾਰੇ ਗੱਲ ਕਰਨ ਲੱਗੇ ਕਿ ਵੀ ਨਹੀਂ ਤੁਸੀਂ ਤਾਂ ਕਾਂਗਰਸ ਨੂੰ ਵੋਟ ਪਾਓ, ਜਾਂ ਤੁਸੀਂ ਅਕਾਲੀ ਦਲ ਨੂੰ ਵੋਟ ਪਾਓ, ਜਾਂ BJP ਨੂੰ ਪਾਓ, ਆਮ ਆਦਮੀ ਪਾਰਟੀ ਨੂੰ ਪਾਓ, ਜਾਂ ਹਾਥੀ ਵਾਲਿਆਂ ਨੂੰ ਪਾਓ, ਇਹ ਤਾਂ ਫਿਰ ਰਾਜਨੀਤਿਕ ਪਾਰਟੀ ਬਣ ਗਈ, ਫਿਰ ਤਾਂ ਕਿਸਾਨ ਅੰਦੋਲਨ ਰਿਹਾ ਹੀ ਨਹੀਂ। ਪਰ ਸਾਡਾ ਕਿਸਾਨ ਅੰਦੋਲਨ ਇਹ ਕਹਿੰਦਾ ਹੈ ਕਿ ਨਹੀਂ, ਤੁਸੀਂ ਵੋਟ ਪਾਵਾਂਗੇ, ਪਰ ਕਦੋਂ ਪਾਵਾਂਗੇ? ਜਦੋਂ ਟਾਈਮ ਆਊ। ਹਾਲੇ ਤੱਕ ਤਾਂ ਟਾਈਮ ਹੀ ਨਹੀਂ ਆਇਆ, ਹਾਲੇ ਤੱਕ ਸਾਡਾ ਕਿਸਾਨੀ ਮਸਲਾ ਹੀ ਨਹੀਂ ਹੱਲ ਹੋਇਆ। ਜੇ ਅੱਜ ਅਸੀਂ ਇੱਧਰ ਨੂੰ ਭੱਜਣ ਲੱਗੇ ਫਿਰ ਸਾਡਾ ਕਿਸਾਨੀ ਮਸਲਾ ਕਿਵੇਂ ਹੱਲ ਹੋ ਜੂ? ਅਸੀਂ ਕਿਵੇਂ ਜਿੱਤ ਪ੍ਰਾਪਤ ਕਰਾਂਗੇ? ਨਹੀਂ ਕਰ ਸਕਦੇ ਜਿੱਤ ਪ੍ਰਾਪਤ। ਬਹੁਤ ਜੀ, ਹਾਂ ਮਿਸ਼ਨ ਪੰਜਾਬ, ਹਾਂ ਜੀ 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 ਆ ਜਾਓ। ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ, ਅੱਜ ਆਪਾਂ ਪ੍ਰੋਗਰਾਮ ਰੱਖਿਆ ਸਾਡੇ ਪਿੰਡ ਦੇ ਨੌਜਵਾਨ ਨੇ, ਜਿੱਦਾਂ ਇਹ ਮੁੰਡੇ ਬੈਠੇ ਨੇ ਹੱਲੋ ਮਾਜਰੇ ਵਾਲੇ ਨੇ, ਪਹਿਲਾਂ ਵੀ ਇਹਨਾਂ ਨੇ ਕੱਲ੍ਹ ਵੀ ਦਿੱਲੀ ਜਾਣਾ ਹੈ। ਜਿਹੜੇ ਤੁਸੀਂ ਅੱਜ ਮੈਂ ਤੁਹਾਡੇ ਪ੍ਰੋਗਰਾਮ ਨੂੰ ਗਲਤ ਨਹੀਂ ਕਹਿੰਦਾ ਕਿ ਤੁਹਾਡੇ ਸਵਾਲ ਗਲਤ ਨੇ, ਪਰ ਇਹ ਟਾਈਮ ਅੱਜ ਹੈ ਨਹੀਂ ਕਿ ਆਪਾਂ ਪੰਚਾਇਤੀ ਤੇ ਗਲੀਆਂ ਨਾਲੀਆਂ ਦੀ ਗੱਲ ਕਰੀਏ, ਹਸਪਤਾਲਾਂ ਦੀ ਗੱਲ ਕਰੀਏ। ਜਿਹੜਾ ਸਾਡਾ ਇਸ ਟਾਈਮ ਸੰਘਰਸ਼ ਚੱਲ ਰਿਹਾ ਉਹ ਦਿੱਲੀ ਬਾਰਡਰ ਤੇ ਚੱਲ ਰਿਹਾ। ਸਾਡੀ ਢਿੱਡ ਦੀ ਲੜਾਈ ਹੈ, ਸਾਡੀ ਜ਼ਮੀਨ ਦੀ ਲੜਾਈ ਹੈ, ਸਾਡੇ ਜ਼ਮੀਰ ਦੀ ਲੜਾਈ ਹੈ। ਅਸੀਂ ਅੱਜ ਇਹਨਾਂ ਗੱਲਾਂ 'ਚ ਨਾ ਫਸ ਕੇ ਰਹਿ ਜਾਈਏ ਕਿ ਗਲੀ ਬਣ ਗਈ, ਨਾਲੀ ਨਹੀਂ ਬਣ ਗਈ। ਸਭ ਤੋਂ ਪਹਿਲਾਂ ਸਾਨੂੰ ਕਿਸਾਨੀ ਅੰਦੋਲਨ ਨੂੰ ਜਿੱਤਣਾ ਜ਼ਰੂਰੀ ਹੈ। ਇਹ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਪ੍ਰੋਗਰਾਮ ਨੇ ਉਹ ਕਿਸਾਨੀ ਤੇ ਹੁਣ ਪਤਾ ਲੱਗੇ ਕਿ ਅਸੀਂ ਅੰਦੋਲਨ ਜਿੱਤ ਕੇ ਘਰ ਨੂੰ ਆ ਗਏ। ਇਹ ਲੜਾਈਆਂ ਤੋਂ ਅਗਲੀਆਂ ਨੇ। ਤੁਹਾਨੂੰ ਮੇਰੇ ਖਿਆਲ 'ਚ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਕਿ 25 ਨਵੰਬਰ ਦੀ ਜਿਹੜੀ ਪਹਿਲੀ ਕਾਲ ਸੀ, ਉਸ ਤੋਂ 2 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਤੁਸੀਂ ਟੋਲ ਪਲਾਜ਼ਿਆਂ ਦੇ ਉੱਤੇ ਬੈਠੇ ਸੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਹਿਲੀ ਕਾਲ ਸੀ। ਅਸੀਂ ਉਦੋਂ ਤੋਂ ਸ਼ਾਇਦ ਪੰਜਾਬ ਦੀਆਂ ਸੜਕਾਂ, ਰੇਲਵੇ ਲਾਈਨਾਂ ਦੇ ਉੱਤੇ ਲਗਾਤਾਰ ਕਿਸਾਨੀ ਅੰਦੋਲਨ ਨੂੰ ਕਵਰ ਕਰ ਰਹੇ ਹਾਂ ਉਸ ਤੋਂ ਲੈ ਕੇ ਹੁਣ ਤੱਕ। ਪਰੰਤੂ ਇਹ ਪ੍ਰੋਗਰਾਮ ਇਸ ਕਰਕੇ ਲਾਜ਼ਮੀ ਨੇ ਕਿਉਂਕਿ ਜਦੋਂ ਤੱਕ ਮੁੱਢਲੀਆਂ ਚੀਜ਼ਾਂ ਦੇ ਉੱਤੇ ਨਜ਼ਰਸਾਨੀ ਨਹੀਂ ਕਰਾਂਗੇ, ਜਦੋਂ ਤੱਕ ਮੁੱਢਲੀਆਂ ਚੀਜ਼ਾਂ ਦੀ ਮੀਨ ਮੇਖ ਨਹੀਂ ਕੱਢਾਂਗੇ, ਉਦੋਂ ਤੱਕ ਕਿਸਾਨ ਅੰਦੋਲਨ ਦੀ ਜਿੱਤ ਜਿਹੜੀ ਸੰਸਦ ਦੇ ਵਿੱਚੋਂ ਨਿਰਧਾਰਤ ਤੌਰ ਤੈਅ ਹੋਣੀ ਹੈ। ਇਹ ਸ਼ਾਇਦ ਆਮ ਕਿਸਾਨ ਦੀ ਸਮਝ ਤੋਂ ਕਈ ਵਾਰੀ ਬਾਹਰ ਦੀ ਗੱਲ ਹੋ ਜਾਂਦੀ ਹੈ, ਕਿਉਂਕਿ ਤਕਨੀਕੀ ਗੱਲ। ਅਸੀਂ ਜੇ ਇੱਥੋਂ ਦੀਆਂ ਗਲੀਆਂ ਨਾਲੀਆਂ ਦੇ ਵਿਕਾਸ ਦੀ ਗੱਲ ਨਹੀਂ ਪੁੱਛਾਂਗੇ ਜਾਂ ਨਹੀਂ ਕਰਾਂਗੇ, ਇੱਥੋਂ ਦੇ ਸਕੂਲਾਂ ਜਾਂ ਹਸਪਤਾਲਾਂ ਦੀ ਗੱਲ ਨਹੀਂ ਕਰਾਂਗੇ, ਤਾਂ ਸੰਸਦ ਦੇ ਵਿੱਚੋਂ ਪਾਸ ਹੋਣ ਵਾਲੇ ਕਾਨੂੰਨਾਂ ਪ੍ਰਤੀ ਜਾਗਰੂਕਤੀ ਕਿਸ ਤਰੀਕੇ ਨਾਲ ਲੈ ਕੇ ਆਵਾਂਗੇ ਜਾਂ ਉਹਨਾਂ ਦੇ ਉੱਤੇ ਸਵਾਲੀਆ ਨਿਸ਼ਾਨ ਆਪਾਂ ਕਿਸ ਤਰੀਕੇ ਨਾਲ ਲਗਾਵਾਂਗੇ। ਅਖੀਰਲੀ ਇੱਕ ਗੱਲ, ਮਿਸ਼ਨ 2022 ਦੀ ਜਿਹੜੀ ਗੱਲ ਚੱਲ ਰਹੀ ਜੀ, ਮਿਸ਼ਨ 2022 ਹੈ ਜਿਹੜਾ, ਮਤਲਬ ਅਸੀਂ ਸਰਦਾਰ ਗੁਰਨਾਮ ਸਿੰਘ ਝੜੂਨੀ ਦੀ ਵਿਚਾਰਧਾਰਾ ਨਾਲ ਸਹਿਮਤ ਹਾਂ, ਸਿਰਫ ਕਿ ਉਸ ਬੰਦੇ ਦੇ ਵਿਚਾਰ ਆ ਕਿ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ। ਪਰ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਜਿੰਨੀ ਦੇਰ ਤੱਕ ਅੰਦੋਲਨ ਆ ਉਨੀ ਦੇਰ ਤੱਕ ਅਸੀਂ ਵੀ ਚੋਣਾਂ ਬਾਰੇ ਨਹੀਂ ਸੋਚ ਸਕਦੇ। ਮਿਸ਼ਨ ਪੰਜਾਬ ਹੈ ਜਿਹੜਾ ਉਹ ਬਹੁਤ ਵਧੀਆ ਹੈ, ਚੱਲਣਾ ਚਾਹੀਦਾ ਹੈ। ਮਿਸ਼ਨ ਪੰਜਾਬ ਪੰਜਾਬ ਦੇ ਨੌਜਵਾਨਾਂ ਲਈ ਆ ਕਿ ਨੌਜਵਾਨ ਅੱਗੇ ਆਉਣ। ਕੀ ਗੱਲ, ਜਿੱਥੇ
ਇੱਕ ਬਜ਼ੁਰਗ 90 ਸਾਲ ਦਾ ਬਜ਼ੁਰਗ ਰਾਜਨੀਤੀ ਦੇ ਵਿੱਚ ਰਾਜ ਕਰ ਰਿਹਾ ਤੇ ਕੀ ਗੱਲ ਇੱਕ 25 ਸਾਲ ਦਾ ਤੇ 30 ਸਾਲ ਦਾ ਨੌਜਵਾਨ ਆ ਜਿਹੜਾ ਉਹ ਰਾਜਨੀਤੀ ਨਹੀਂ ਕਰ ਸਕਦਾ? ਬਿਲਕੁਲ ਆਉਣਾ ਚਾਹੀਦਾ, ਹੱਕ ਬਣਦਾ, ਉਹਨਾਂ ਦਾ ਦੇਸ਼ ਹੈ, ਆਉਣਾ ਚਾਹੀਦਾ। ਜੇ ਮੈਂ ਇਹ ਗੱਲ ਕਹਿੰਦੀ ਹਾਂ ਕਿ ਜਿਹੜੇ ਅੱਜ ਦੇ ਨੌਜਵਾਨ ਆ, ਜੇ ਉਹ ਅਕਾਲੀ ਕਾਂਗਰਸੀਆਂ ਦੀਆਂ ਰੈਲੀਆਂ ਦੇ ਵਿੱਚ ਝੰਡੇ ਚੱਕ ਕੇ ਜਾ ਰਹੇ ਆ, ਕੀ ਗੱਲ ਉਹ ਕਿਸਾਨੀ ਅੰਦੋਲਨ ਦੇ ਝੰਡੇ ਚੱਕ ਕੇ ਦਿੱਲੀ ਕਿਉਂ ਨਹੀਂ ਜਾ ਰਹੇ? ਇਹ ਵੀ ਗੱਲ ਉਹ ਤਾਂ ਸਵਾਲ ਹੈ ਜੀ। ਇਸੇ ਸਵਾਲ ਨਾਲ ਤਾਂ ਲਗਭਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਕਿ ਰਾਜਨੀਤੀ ਇੱਕ ਐਸੀ ਖੇਡ ਹੈ, ਇੱਕ ਐਸੀ ਗੇਮ ਹੈ ਜਿਹੜੀ ਆਪਣੇ ਹਿਸਾਬ ਨਾਲ ਆਪਣੀ ਬਿਸਾਤ ਵਿਛਾਉਂਦੀ ਹੈ, ਆਪਣੇ ਹਿਸਾਬ ਨਾਲ ਆਪਣੇ ਮੂਹਰੇ ਚੱਲਦੀ ਹੈ, ਔਰ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਦੋਂ ਰਾਜਨੀਤਿਕ ਜਿਹੜੀ ਚਾਲਾਂ ਹੁੰਦੀਆਂ ਨੇ ਉਹਨਾਂ ਦੇ ਸ਼ਿਕਾਰ ਬਣ ਜਾਂਦੇ ਹਾਂ। ਉਹ ਲੋਕ ਕੌਣ ਨੇ? ਵਿਜ਼ਨ ਪੰਚਾਇਤ ਦੇ ਵਿੱਚ ਇਹ ਸਵਾਲ ਹੈ ਕਿ ਉਹ ਲੋਕ ਕੌਣ ਨੇ ਜਿਹੜੇ ਅੱਜ ਵੀ ਬੱਸਾਂ ਭਰ ਕੇ, ਅੱਜ ਵੀ ਗੱਡੀਆਂ ਦੇ ਉੱਤੇ ਆਪਣੇ ਝੰਡੇ ਲਾ ਕੇ, ਯਾਨੀ ਕਿ ਇੱਕ ਖਾਸ ਪਾਰਟੀ ਦੇ ਝੰਡੇ ਲਾ ਕੇ ਦਿੱਲੀ ਦੇ ਵਿੱਚ ਪਹੁੰਚੇ ਹੋਏ ਨੇ ਕਾਲਾ ਦਿਵਸ ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ। ਉਹ ਲੋਕ ਕੌਣ ਨੇ ਜਿਹੜੇ ਅੱਜ ਵੀ ਚੰਡੀਗੜ੍ਹ ਸਰਹੰਦ ਰੋਡ ਦੇ ਉੱਤੇ ਪਹੁੰਚੇ ਹੋਏ ਸੀਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਣ ਲਈ ਕਾਂਗਰਸ ਦੇ ਝੰਡੇ ਲੈ ਕੇ? ਤੇ ਉਹ ਲੋਕ ਕੌਣ ਨੇ ਜਿਹੜੇ ਅੱਜ ਵੀ ਭਾਰਤੀ ਜਨਤਾ ਪਾਰਟੀ ਦੇ ਝੰਡੇ ਲੈ ਕੇ ਪਹੁੰਚੇ ਹੋਏ ਨੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਮਨਾਉਣ ਲਈ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ, ਵੱਖ-ਵੱਖ ਕਸਬਿਆਂ ਦੇ ਵਿੱਚ? ਤੇ ਫਿਰ ਇਹ ਲੋਕ ਕੌਣ ਨੇ ਜਿਹੜੇ ਇੱਥੇ ਬੈਠੇ ਇੱਕ ਪੰਚਾਇਤ ਲਈ ਬੈਠੇ ਨੇ, ਜਿਹੜੀ ਪੰਚਾਇਤ ਮੁੱਢਲੇ ਹੱਕਾਂ ਦੀ ਵੀ ਗੱਲ ਕਰਦੀ ਹੈ, ਮੁੱਢਲੀਆਂ ਸਹੂਲਤਾਂ ਦੀ ਵੀ ਗੱਲ ਕਰਦੀ ਹੈ ਤੇ ਆਉਣ ਵਾਲੇ ਭਵਿੱਖ ਬਾਰੇ ਕਲਪਨਾ ਵੀ ਕਰ ਰਹੀ ਹੈ, ਉਸ ਦਾ ਸੁਪਨਾ ਵੀ ਦੇਖ ਰਹੀ ਹੈ? ਇਹ ਸਵਾਲ ਦਰਸ਼ਕਾਂ ਲਈ ਬਹੁਤ ਵੱਡਾ ਹੈ ਕਿ ਫਿਰ ਇਹ ਲੋਕ ਤੇ ਉਹ ਲੋਕ, ਇਹਨਾਂ ਦਾ ਫੈਸਲਾ ਕੌਣ ਕਰੇਗਾ? ਸ਼ਾਇਦ ਆਉਣ ਵਾਲਾ ਸਮਾਂ ਜਾਂ ਭਵਿੱਖ ਕਰੇਗਾ। ਕਿਸੇ ਹੋਰ ਵਿਜ਼ਨ ਪੰਚਾਇਤ ਦੇ ਵਿੱਚ ਫਿਰ ਤੋਂ ਇਸ ਤਰੀਕੇ ਦੀ ਚਰਚਾ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਦਿਓ ਇਜਾਜ਼ਤ, ਬਣੇ ਰਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ। ਸਤਿ ਸ੍ਰੀ ਅਕਾਲ।